सतनाम वाहिगुरु साहिब जीओ। चाचरी छंद तव प्रसाद, गोबिंदे मुकंदे उदारे अपारे। हरियं करियं नृनामे अकामे। उदंग पर्यात छंद, चतर चकर करता। चतर चकर हरता, चतर चकर दाने। चतर चकर जाने, चतर चकर बरती। चतर चकर भरती, चतर चकर पाले। चतर चकर काले, चतर चकर पासे। चतर चकर वासे, चतर चकर मानिया। चतर चकर दानिया। चाचरी छंद, ना सतरै ना मितरै। ना भरमं ना पितरै, ना कर्मं ना काये। अजन्मं अजाये, ना चितरै ना मितरै। परे हैं पवित्रै, प्रेथी सै अदिसै। अदृश्य अकृष्य, प्रेथी सै अदिसै। अदृश्य अकृष्य। वाहिगुरु जी का खालसा, वाहिगुरु जी की फतेह। सच्चे पातशाह, दीन दुनिया दे मालिक, सर्व कला समरथ शब्द गुरु श्री गुरु ग्रंथ साहिब जी की पावन पवित्र चरण शरण विच सुभाएमान गुरु रूप साध संगत जीओ। आप जी वड भागे हो, हजूर दे चरणों विच पहुँच के लाहा प्राप्त कर रहे। कलगीधर पातशाह गुरु गोबिंद सिंह महाराज जी की पवित्र बाणी जाप साहब के कुछ संत आप जी ने सरवण किए। हजूर ने अज दे इन्हां बचनां अंदर एक विशेष शब्द वरत्या चक्कर। चतर चक्कर करता। कई बारी ये चक्कर शब्द वरत्या गया है।
ਹਜ਼ੂਰ ਕਹਿੰਦੇ ਨੇ ਅਕਾਲ ਪੁਰਖ ਇੱਕ ਚੱਕਰ ਬਣਾਉਂਦਾ ਹੈ, ਇੱਕ ਘੇਰੇ ਵਿੱਚ ਸੰਸਾਰ ਨੂੰ ਇੱਕ ਚੱਕਰ ਬਣਾ ਕੇ ਚਲਾ ਰਿਹਾ ਹੈ। ਚਤਰ ਚੱਕਰ ਕਰਤਾ, ਔਰ ਇਹ ਚੱਕਰ ਚੌਹਾਂ ਪਾਸੇ ਚੱਲ ਰਿਹਾ ਹੈ। ਇਸ ਚੱਕਰ ਨੂੰ ਚਲਾਉਣ ਵਿੱਚ ਉਹ ਬੜਾ ਚਤੁਰ ਹੈ। ਚਤੁਰ ਦਾ ਅਰਥ ਇਹ ਵੀ ਕੀਤਾ ਗਿਆ, ਚਤੁਰ ਦਾ ਅਰਥ ਸਿਆਣਾ। ਬੜਾ ਸਿਆਣਾ ਹੈ ਜਿਸ ਨੇ ਇਹ ਸੰਸਾਰ ਰੂਪੀ ਚੱਕਰ ਬਣਾਇਆ ਹੈ। ਇਸ ਚੱਕਰ ਦੀ ਗੁਲਾਈ ਦੇ ਉੱਤੇ ਹਰ ਇੱਕ ਜੀਵ ਨੂੰ ਤੋਰਿਆ ਹੈ। ਚੱਕਰ ਇਸ ਸੰਸਾਰ ਨੂੰ ਤਾਂ ਕਿਹਾ ਕਿਉਂਕਿ ਚੱਕਰ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੇ ਆ ਕੇ ਸਮਾਪਤ ਹੋ ਜਾਂਦਾ, ਹੋਰ ਉਹਦੇ ਵਿੱਚ ਕੁਝ ਵੀ ਨਹੀਂ। ਜਿਵੇਂ ਇੱਕ ਘੜੀ ਹੈ ਦੀਵਾਰ 'ਤੇ ਲੱਗੀ ਹੋਈ, ਉਹ ਗੋਲ ਹੈ ਚੱਕਰ ਵਿੱਚ, ਉਹਦੀ ਸੂਈ ਜਿਹੜੀ ਹੈ ਉਹ ਚੱਕਰ ਵਿੱਚ ਘੁੰਮਦੀ ਹੈ, ਤਾਂ ਉਹ ਇੱਕ ਤੋਂ ਸ਼ੁਰੂ ਹੋਵੇਗੀ, 2 3 4 ਕਿੱਥੇ ਜਾਏਗੀ? ਜਿੱਥੋਂ ਸ਼ੁਰੂ ਹੋਈ ਉਹ ਉੱਥੇ ਆਏਗੀ ਵਾਪਸ, ਹੋਰ ਕਿਤੇ ਨਹੀਂ ਜਾ ਸਕਦੀ, ਉਹਦੇ ਤੋਂ ਬਾਹਰ ਨਹੀਂ ਜਾ ਸਕਦੀ। ਅਕਾਲ ਪੁਰਖ ਵਾਹਿਗੁਰੂ ਨੇ ਇਸ ਸ੍ਰਿਸ਼ਟੀ ਨੂੰ ਜਦੋਂ ਬਣਾਇਆ ਤੇ ਇਹਦੇ ਵਿੱਚ ਇੱਕ ਚੱਕਰ ਪੈਦਾ ਕਰ ਦਿੱਤਾ, ਹੁਕਮ ਰੂਪੀ ਚੱਕਰ, ਸ਼ਬਦ ਰੂਪੀ ਚੱਕਰ। ਉਸ ਚੱਕਰ ਦੇ ਵਿੱਚ ਹਰ ਇੱਕ ਜੀਵ ਨੂੰ ਚਲਾਇਆ ਹੈ। ਉਹਦੇ ਵਿੱਚ ਹਰ ਇੱਕ ਜੀਵ ਘੁੰਮ ਰਿਹਾ ਹੈ, ਪਰਿਕਰਮਾ ਕਰ ਰਿਹਾ ਹੈ, ਗੋਲ ਘੁੰਮ ਰਿਹਾ ਸਾਰਾ ਕੁਝ। ਉਸ ਚੱਕਰ ਨੂੰ ਕਿਹਾ ਗੁਰੂ ਸਾਹਿਬ ਨੇ ਹੁਕਮ। ਜਿਹਨੇ ਤਾਂ ਉਸ ਚੱਕਰ ਨੂੰ ਸਮਝ ਲਿਆ, ਜਿਹਨੇ ਉਸ ਹੁਕਮ ਨੂੰ ਬੁੱਝ ਲਿਆ, ਉਹਦੀ ਹਉਮੈ ਖਤਮ ਹੋ ਗਈ ਕਿ ਉਹਨੂੰ ਪਤਾ ਲੱਗ ਗਿਆ ਕਿ ਮੈਂ ਆਪਣੇ ਆਸਰੇ ਨਹੀਂ ਚੱਲ ਰਿਹਾ, ਮੈਂ ਇੱਕ ਚੱਕਰ ਦੇ ਅਧੀਨ, ਇੱਕ ਹੁਕਮ ਦੇ ਅਧੀਨ ਚੱਲ ਰਿਹਾ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਇ। ਉਹਨੇ ਇੱਕ ਚੱਕਰ ਬਣਾਇਆ ਜਿਹਦੇ ਵਿੱਚ ਸਾਰੇ ਤੋਰੇ ਨੇ। ਜਿਵੇਂ ਤੁਸੀਂ ਬ੍ਰਹਿਮੰਡ ਵੱਲ ਵੇਖਦੇ ਹੋ, ਉਹਦੇ ਵਿੱਚ ਸੂਰਜ ਦੇ ਦੁਆਲੇ ਵਿਗਿਆਨ ਕਹਿੰਦਾ ਵੀ 9 ਗ੍ਰਹਿ ਚੱਕਰ ਕੱਟਦੇ ਨੇ। ਉਹਨਾਂ ਦੇ ਘੁੰਮਣ ਦੀ ਜਿਹੜੀ ਥਾਂ ਉਹ ਵੀ ਚੱਕਰ ਗੋਲ ਹੈ, ਜਿੱਥੋਂ ਉਹ ਨਿਕਲਦੇ ਨੇ ਉੱਥੇ ਹੀ ਆ ਜਾਂਦੇ ਵਾਪਸ, ਹੋਰ ਕਿਤੇ ਨਹੀਂ ਜਾ ਸਕਦੇ। ਉਹਦੇ ਵਿੱਚੋਂ ਪਰੋ ਕੇ ਉਹਨੇ ਰੱਖਿਆ ਹੋਇਆ, ਸਾਰੇ ਘੁੰਮਦੇ ਨੇ, ਔਰ ਉਸ ਚੱਕਰ ਕਰਕੇ ਰੁੱਤਾਂ ਬਦਲਦੀਆਂ ਨੇ, ਤਬਦੀਲੀ ਆਉਂਦੀ ਹੈ, ਦਿਨ ਬਣਦੇ ਨੇ, ਰਾਤ ਬਣਦੀ ਹੈ, 4 ਰੁੱਤਾਂ ਆਉਂਦੀਆਂ ਨੇ ਇਸ ਦੇਸ਼ ਵਿੱਚ। ਉਹ ਸਭ ਕੁਝ ਕਿਉਂ ਹੁੰਦਾ? ਚੱਕਰ ਕਰਕੇ। ਜਿਹੜਾ ਗ੍ਰਹਿ ਉਸ ਚੱਕਰ ਤੋਂ ਬਾਹਰ ਚਲਾ ਗਿਆ ਉਹਦਾ ਵਿਨਾਸ਼ ਉਸੇ ਵੇਲੇ, ਸਮਾਪਤੀ ਹੈ। ਇਸੇ ਤਰ੍ਹਾਂ ਜੋਗੀਆਂ ਨੇ ਸਰੀਰ ਦੇ 6 ਚੱਕਰ ਮੰਨੇ ਨੇ। ਸਰੀਰ ਦੇ ਅੰਦਰ 6 ਚੱਕਰ ਨੇ, ਉਹ ਵੀ ਸਾਰੇ ਗੋਲ ਨੇ, ਘੁੰਮਦੇ ਨੇ। ਉਹਨਾਂ ਦੀ ਵੀ ਸਪੀਡ ਹੈ, ਗਤੀ ਹੈ, ਉਹਨਾਂ ਦਾ ਆਪਸ ਵਿੱਚ ਤਾਲਮੇਲ ਵੀ ਹੈ। ਪਰ ਇਹਨਾਂ ਸਾਰੇ 6 ਚੱਕਰਾਂ ਦੇ ਉੱਤੇ ਜਿਨ੍ਹਾਂ ਨੂੰ ਯੋਗ ਨੇ ਮੰਨਿਆ, ਇਹ 6 ਚੱਕਰ ਸਰੀਰ ਨਾਲ ਸੰਬੰਧਿਤ ਨੇ। ਜਿੱਦਣ ਸਰੀਰ ਬਿਣਸ ਗਿਆ, ਚੱਕਰ ਵੀ ਨਾਲ ਹੀ ਗਏ। ਇਹ ਕੋਈ ਬਹੁਤੀ ਵੱਡੀ ਚੀਜ਼ ਨਹੀਂ, ਕਿਉਂਕਿ ਸਰੀਰ ਦਾ ਧਰਮ ਹੈ। ਸਰੀਰ ਨੂੰ ਚਲਾਉਣ ਵਾਸਤੇ ਰੱਬ ਨੇ ਵਿੱਚ ਯੰਤਰ ਪਾ ਦਿੱਤੇ, ਤੇ ਧਾਰਮਿਕ ਦੁਨੀਆ ਦੇ ਲੋਕਾਂ ਨੇ ਇਹਨਾਂ ਨੂੰ ਖੋਲ੍ਹਿਆ ਹੈ, ਵੇਖਿਆ ਹੈ। ਕਈਆਂ ਨੇ ਇਸੇ ਨੂੰ ਸਮਝ ਲਿਆ ਵੀ ਇਹ ਪਰਮਾਰਥ ਹੈ। ਪਰਮਾਰਥ ਇਹ ਨਹੀਂ ਸੀ, ਤੇ ਸਰੀਰ ਦਾ ਧਰਮ ਸੀ। ਇਹਨਾਂ 6 ਦੇ ਉੱਤੇ ਇੱਕ 7ਵਾਂ ਚੱਕਰ ਹੈ, ਜਿਹਨੂੰ ਹੁਕਮ ਦਾ ਚੱਕਰ ਕਹਿੰਦੇ ਨੇ, ਜੋ ਸਰੀਰ ਨਾਲ ਸੰਬੰਧਿਤ ਨਹੀਂ ਹੈ, ਜੋ ਸਰੀਰ ਦੇ ਬਿਣਸਣ ਤੋਂ ਬਾਅਦ ਵੀ ਰਹਿੰਦਾ। ਉਹਨੂੰ ਕਹੇ ਸ਼ਬਦ ਦਾ ਚੱਕਰ, ਹੁਕਮ ਦਾ ਚੱਕਰ। ਉਹਦੇ ਵਿੱਚ ਸਾਰੇ ਸੰਸਾਰ ਨੂੰ ਤੋਰਿਆ, ਤੇ ਜਿੱਥੋਂ ਇਹ ਜੀਵ ਤੁਰਦਾ ਹੈ, ਜਿਵੇਂ ਮੈਂ ਬੇਨਤੀ ਕੀਤੀ ਸੀ, ਸੂਈ ਜਿੱਥੋਂ ਸ਼ੁਰੂ ਕਰਦੀ ਉੱਥੇ ਵਾਪਸ ਆ ਜਾਂਦੀ, ਖੇਡ ਹੈ ਉਹਦੀ। ਤੁਸੀਂ ਸੰਸਾਰ ਵੱਲ ਵੇਖੋ, ਸਾਡਾ ਜਿਸਮ ਬਣਿਆ, ਇਹਦੀ ਯਾਤਰਾ ਹੋਈ ਸੀ ਮਿੱਟੀ ਤੋਂ ਸ਼ੁਰੂ, ਜ਼ਮੀਨ ਤੋਂ।
ਸਰੀਰ ਬਣ ਗਿਆ, ਵਿੱਚ ਜੋਤ ਪੈ ਗਈ, ਜਿੰਦ ਪੈ ਗਈ, ਬੋਲਣ ਲੱਗ ਪਿਆ, ਵੱਡਾ ਹੋ ਗਿਆ, ਖਾਣ ਪੀਣ ਲੱਗ ਪਿਆ। ਕਿੰਨਾ ਕੁਝ ਕੀਤਾ ਇਹਨੇ, ਕਿੱਥੋਂ ਕਿੱਥੋਂ ਤੱਕ ਗਿਆ, ਦੇਸ਼ ਵਿਦੇਸ਼ ਘੁੰਮ ਦਿੱਤੇ, ਅਵਿਸ਼ਕਾਰ ਕੀਤੇ, ਖੋਜਾਂ ਕੀਤੀਆਂ, ਬੜਾ ਕੁਝ ਬਣਾਇਆ, ਬਹੁਤ ਕੁਝ ਕੀਤਾ, ਪਰ ਅਖੀਰ ਨੂੰ ਕਿੱਥੇ ਗਿਆ? ਅਖੀਰ ਨੂੰ ਇਹ ਸਰੀਰ ਕਿੱਥੇ ਗਿਆ? ਜਿੱਥੋਂ ਸ਼ੁਰੂ ਹੋਇਆ ਸੀ, ਚੱਕਰ ਪਰਤ ਕੇ ਉੱਥੇ ਆ ਗਿਆ। ਸੂਈ ਦਾ ਚੱਕਰ ਘੁੰਮ ਕੇ ਮਿੱਟੀ ਤੋਂ ਸ਼ੁਰੂ ਹੋਇਆ ਸੀ, ਮਿੱਟੀ ਵਿੱਚ ਆ ਗਿਆ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹੇ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਵਾਪਸੀ ਉੱਥੇ ਹੀ ਹੋਣੀ, ਹੋਰ ਕਿਤੇ ਨਹੀਂ ਜਾ ਸਕਦਾ। ਸਰੀਰ ਜਿਹਦੇ ਵਿੱਚੋਂ ਨਿਕਲਿਆ ਸੀ, ਜਿਹਦੇ ਵਿੱਚੋਂ ਪੈਦਾ ਹੋਇਆ ਸੀ, ਉੱਥੇ ਵਾਪਸ ਆ ਗਿਆ। ਤਾਂ ਜਿੱਥੋਂ ਕੋਈ ਵੀ ਸੰਸਾਰ ਦੀ ਚੀਜ਼, ਤੁਸੀਂ ਰੁੱਖ ਵੱਲ ਵੇਖਦੇ ਹੋ, ਬੀਜ ਤੋਂ ਸ਼ੁਰੂ ਹੁੰਦਾ ਹੈ। ਬੀਜ ਤੋਂ ਆਰੰਭਤਾ ਹੁੰਦੀ। ਇੱਕ ਕਣਕ ਬੀਜਦੇ ਹੋ ਤਾਂ ਇੱਕ ਦਾਣਾ ਹੈ, ਇੱਕ ਬੀਜ ਹੈ, ਬੀਜ ਤੋਂ ਉਹਦਾ ਜਨਮ ਹੈ। ਰਾਹ ਵਿੱਚ ਕਿੰਨਾ ਕੁਝ ਆਉਂਦਾ ਹੈ, ਬੀਜ ਦੇ ਵਿੱਚੋਂ ਪੱਤੇ ਨਿਕਲਦੇ ਨੇ, ਤਣਾ ਨਿਕਲਦਾ ਹੈ, ਕਈ ਕੁਝ ਨਿਕਲਦਾ ਹੈ, ਫਿਰ ਸਿੱਟਾ ਲੱਗਦਾ ਹੈ, ਫਿਰ ਬਹੁਤ ਕੁਝ ਹੁੰਦਾ ਹੈ। ਪਰ ਉਸ ਕਣਕ ਦੇ ਦਾਣੇ ਦੀ ਯਾਤਰਾ ਕਿੱਥੋਂ ਤੱਕ ਹੈ? ਫਿਰ ਕਣਕ ਦੇ ਦਾਣੇ ਬਣ ਗਏ, ਉੱਥੇ ਆ ਕੇ ਸੁੱਕ ਗਿਆ, ਫਿਰ ਸਮਾਪਤੀ ਹੋ ਗਈ, ਉਸ ਤੋਂ ਅੱਗੇ ਨਹੀਂ ਜਾ ਸਕਦਾ। ਫਿਰ ਅੱਗੋਂ ਫਿਰ ਉਹ ਇਸੇ ਤਰ੍ਹਾਂ ਉਸ ਚੱਕਰ ਵਿੱਚ ਪਏਗਾ। ਤਾਂ ਇਹਨੂੰ ਕਹਿੰਦੇ ਹੁਕਮ ਦਾ ਚੱਕਰ। ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਹੁਕਮ ਰੂਪੀ ਚੱਕਰ ਦੇ ਵਿੱਚ ਚਲਾਇਆ। ਤੇ ਧਰਮ ਦੀ ਲੋੜ ਕਿਉਂ ਹੈ? ਗੁਰਬਾਣੀ ਦੀ ਕਿਉਂ ਲੋੜ ਹੈ? ਕਿ ਸ਼ਬਦ ਦੁਆਰਾ ਉਸ ਚੱਕਰ ਦੀ ਸਮਝ ਆਉਂਦੀ ਵੀ ਉਹਦੇ ਨਾਲ ਮਿਲ ਕੇ ਕਿਵੇਂ ਚੱਲਣਾ। ਜੇ ਉਹਦੇ ਤੋਂ ਬਾਹਰ ਗਏ ਤੇ ਦੁੱਖ, ਜੇ ਉਹਦੇ ਨਾਲ ਮਿਲ ਕੇ ਚੱਲੇ ਤੇ ਸੁੱਖ। ਜੇ ਉਹਦੇ ਨਾਲ ਮਿੱਤਰਤਾ ਪਾ ਲਈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਫਿਰ ਸਮਝੋ ਅਕਾਲ ਪੁਰਖ ਦੇ ਨਾਲ ਬੰਦੇ ਦੀ ਸਹਿਮਤੀ ਹੋ ਗਈ ਹੈ। ਉਹਦੇ ਨਾਲ ਮਿਲ ਕੇ ਚੱਲਣਾ ਸ਼ੁਰੂ ਕਰ ਦਿੱਤਾ। ਤੇ ਗੁਰੂ ਤੋਂ ਬਿਨਾਂ ਜ਼ਿੰਦਗੀ ਦੇ ਹੁਕਮ ਦੀ ਚੱਕਰ ਦੀ ਸਮਝ ਨਹੀਂ ਆਉਂਦੀ ਵੀ ਇਹ ਕੀ ਚੱਲ ਰਿਹਾ ਤੇ ਇਹਦੇ ਨਾਲ ਮਿਲ ਕੇ ਕਿਵੇਂ ਚੱਲਣਾ। ਉਹਦੇ ਨਾਲ ਸਾਂਝ ਪਾਉਣ ਦਾ ਜਿਹੜਾ ਤਰੀਕਾ ਹੈ, ਉਸ ਨੂੰ ਸਮਝਣਾ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਤੇ ਸਤਿਗੁਰੂ ਨੇ ਤਾਂ ਹੀ ਕਿਹਾ ਕਿ ਗੁਰ ਕੀ ਮੱਤ ਤੂੰ ਲਹੇ ਇਆਣੇ, ਭਗਤ ਬਿਨਾਂ ਡੂਬੇ ਬਹੁ ਸਿਆਣੇ। ਗੁਰੂ ਦੀ ਮੱਤ ਧਾਰਨ ਕਰ ਤਾਂ ਕਿ ਤੈਨੂੰ ਉਸ ਚੱਕਰ ਦਾ ਪਤਾ ਲੱਗੇ ਜਿਹਦੇ ਵਿੱਚ ਸੰਸਾਰ ਬੱਝਿਆ ਹੋਇਆ ਚੱਲ ਰਿਹਾ। ਉਹਨੂੰ ਸੂਤ ਕਿਹਾ। ਹੋਰ ਉਦਾਹਰਨ ਦਿਆਂ, ਗੁਰੂ ਨਾਨਕ ਸਾਹਿਬ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤ ਤੁਸੀਂ ਸਮਝਦੇ ਹੋ, ਜਿਵੇਂ ਇੱਕ ਮਿਸਤਰੀ ਕੰਧ ਬਣਾਉਂਦਾ ਹੈ ਤੇ ਜੇ ਉਹਦੇ ਕੋਲ ਸੂਤਰ ਨਾ ਹੋਵੇ, ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਨਾ ਬੰਨੇ, ਤੇ ਉਹ ਕੰਧ ਵਿੰਗੀ ਟੇਢੀ ਹੋ ਜਾਂਦੀ ਹੈ, ਉਹਦੀਆਂ ਇੱਟਾਂ ਅੱਗੇ ਪਿੱਛੇ ਲੱਗ ਜਾਂਦੀਆਂ। ਉਹ ਸੂਤਰ ਦੇ ਆਧਾਰ 'ਤੇ ਇੰਨੇ ਉੱਚੇ ਤੁਸੀਂ ਮਹਿਲ ਮਾੜੀਆਂ ਦੇਖਦੇ ਹੋ, ਕਈ ਮੰਜ਼ਲਾ, ਬੜੇ ਬੜੇ ਮਹਾਨ ਦਿਸਣ ਵਿੱਚ। ਤੇ ਇੱਥੇ ਹੁਣ ਉਹ ਸੂਤਰ ਨਹੀਂ ਦਿਸਦਾ, ਅੱਜ ਕਿਤੇ ਵੀ ਸੂਤਰ ਨਹੀਂ ਇਸ ਮਕਾਨ ਦੇ ਅੰਦਰ। ਪਰ ਇਸ ਸਾਰੇ ਮਕਾਨ ਦੀ ਜਿਹੜੀ ਬਣਾਉਣ ਦੀ ਵਿਧੀ ਹੈ, ਜਿਹਦੇ ਨਾਲ ਇਹ ਬਣਾਇਆ ਗਿਆ, ਉਹਦੇ ਪਿੱਛੇ ਇੱਕ ਧਾਗਾ ਕੰਮ ਕਰ ਰਿਹਾ, ਇੱਕ ਸੂਤਰ। ਉਸ ਰਾਜ ਨੇ, ਉਸ ਮਿਸਤਰੀ ਨੇ ਬੜੀ ਵਾਰੀ ਬੰਨਿਆ ਇਸ ਕੰਧਾਂ ਦੇ ਨਾਲ, ਤਾਂ ਇਹ ਸਿੱਧੀਆਂ ਰਹੀਆਂ, ਨਹੀਂ ਤੇ ਵਿੰਗੀਆਂ ਟੇਢੀਆਂ ਹੋ ਗਈਆਂ। ਤਾਂ ਸੰਤੋਖ ਥਾਪ ਰੱਖਿਆ ਜਿਨ ਸੂਤ। ਜ਼ਿੰਦਗੀ ਨੂੰ ਸਿੱਧੀ ਚਲਾਉਣ ਦਾ ਜਿਹੜਾ ਸੂਤਰ ਹੈ ਕਿ ਇਹਦੀਆਂ ਕੰਧਾਂ ਸਿੱਧੀਆਂ ਰਹਿਣ, ਮਨੁੱਖੀ ਜੀਵਨ ਸਿੱਧਾ ਰਵੇ, ਉਹ ਕਿਹੜੀ ਚੀਜ਼ ਹੈ? ਇੱਥੇ ਤਾਂ ਧਾਗੇ ਦਾ ਸੂਤਰ ਚੱਲਦਾ। ਜੇ ਮਹਿਲ ਬਣਾਉਣਾ, ਕੰਧ ਬਣਾਉਣੀ ਹੈ, ਧਾਗੇ ਦਾ ਸੂਤ ਚੱਲਦਾ। ਪਰ ਜ਼ਿੰਦਗੀ ਦੇ ਮਕਾਨ ਨੂੰ ਸਿੱਧਾ ਬਣਾਉਣਾ ਹੋਵੇ ਤਾਂ ਉੱਥੇ ਧਾਗੇ ਦਾ ਸੂਤਰ ਨਹੀਂ ਚੱਲਦਾ। ਸ਼ਾਇਦ ਤਾਂ ਹੀ ਹਿੰਦੂ ਧਰਮ ਨੇ ਆਪਣਾ ਚਿੰਨ੍ਹ ਇੱਕ ਧਾਗਾ ਰੱਖਿਆ। ਜਨੇਊ ਜਿਹੜਾ ਹੈ ਧਾਗੇ ਦਾ ਬਣਦਾ, ਕਪਾਹ ਦਾ ਬਣਦਾ ਹੈ।
ਉਹ ਧਾਗਾ ਜਦੋਂ ਕਿਸੇ ਨੇ ਬਣਾ ਕੇ ਦਿੱਤਾ ਸੀ, ਮੇਰੇ ਖਿਆਲ ਵਿੱਚ ਤਾਂ ਇਹ ਪ੍ਰਯੋਜਨ ਹੋਵੇਗਾ ਵੀ ਜ਼ਿੰਦਗੀ ਸੂਤਰ ਦੇ ਨਾਲ ਸੰਵਿਧਾਨ ਦੇ ਵਿੱਚ ਰਹਿਣੀ ਚਾਹੀਦੀ ਹੈ। ਸੂਤਰ ਦਾ ਅਰਥ ਸੰਵਿਧਾਨ, ਧਾਗਾ। ਪਰ ਸਤਿਗੁਰੂ ਨੇ ਬਚਨ ਕੀਤਾ ਵੀ ਜੇ ਕੋਈ ਮਿਸਤਰੀ ਧਾਗਾ ਤੇ ਬੰਨ੍ਹ ਲੈ, ਇੱਟਾਂ ਨਾ ਉਹਦੇ ਅਨੁਸਾਰ ਲਾਵੇ, ਉਹਦੀ ਪਰਵਾਹ ਨਾ ਕਰੇ, ਫਿਰ ਉਹ ਸੂਤਰ ਕੀ ਸਵਾਰੇਗਾ। ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਸੂਤਰ ਤੇ ਵੱਜਾ, ਉਹਦੀ ਪਰਵਾਹ ਹੀ ਨਹੀਂ ਕਰਦਾ ਮਿਸਤਰੀ, ਆਪਣੀ ਮਰਜ਼ੀ ਨਾਲ ਇੱਧਰ ਉੱਧਰ ਇੱਟਾਂ ਲਾਈ ਜਾ ਰਿਹਾ, ਕੰਧ ਡਿੰਗੀ ਹੋ ਜਾਏਗੀ। ਤਾਂ ਸੂਤਰ ਕਾਹਦਾ ਦਿੱਤਾ ਗੁਰੂ ਸਾਹਿਬ ਨੇ? ਸੰਤੋਖ ਥਾਪ ਰੱਖਿਆ ਜਿਨ ਸੂਤ, ਦਇਆ ਕਪਾ ਸੰਤੋਖ ਸੂਤ। ਉੱਥੇ ਸੂਤਰ ਨੂੰ ਸੰਤੋਖ ਕਿਹਾ ਹੈ। ਕਹਿੰਦੇ ਜੇ ਇਸ ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਇਸ ਚੱਕਰ ਨੂੰ ਤੂੰ ਸਮਝਣਾ ਹੈ, ਤੂੰ ਜ਼ਿੰਦਗੀ ਦੇ ਸਹੀ ਰਾਹ ਨੂੰ ਲੱਭਣਾ ਹੈ, ਤਾਂ ਸੂਤਰ ਇੱਕੋ ਹੈ, ਤਰੀਕਾ ਇੱਕੋ ਹੈ। ਜਿੰਨਾ ਤੂੰ ਸੰਤੋਖੀ ਹੋ ਜਾਏਗਾ, ਉਤਨਾ ਤੈਨੂੰ ਇਹ ਸੂਤਰ ਹੱਥ ਵਿੱਚ ਆ ਜਾਏਗਾ ਜ਼ਿੰਦਗੀ ਦਾ। ਧਰਮ ਦਾ ਸੂਤਰ ਕੀ ਹੈ? ਧਰਮ ਨੂੰ ਕਿਵੇਂ ਜਾਣਿਆ ਜਾ ਸਕਦਾ? ਜ਼ਿੰਦਗੀ ਦਾ ਪ੍ਰਯੋਜਨ ਕੀ ਹੈ? ਨਾਮ ਕਿਸ ਨੂੰ ਕਹਿੰਦੇ? ਇਹ ਸਭ ਕੁਝ ਕੀ ਮਸਲਾ ਹੈ? ਕਦੀ ਸਮਝ ਨਹੀਂ ਆਏਗਾ। ਇਹ ਗੱਲ ਖਿਆਲ ਰੱਖਣਾ। ਤੁਸੀਂ ਇੱਥੇ ਆਉਂਦੇ ਹੋ ਤਾਂ ਬੜੀਆਂ ਬੜੀਆਂ ਗਿਆਨ ਦੀਆਂ ਗੱਲਾਂ ਤੁਹਾਨੂੰ ਕਹੀਆਂ ਜਾਂਦੀਆਂ ਰੋਜ਼, ਹੋਰ ਵੀ ਕਈ ਥਾਵਾਂ 'ਤੇ ਸੁਣਦੇ ਹੋਵੋਗੇ। ਪਰ ਇਸ ਭੁਲੇਖੇ ਵਿੱਚ ਨਾ ਰਹਿਣਾ ਵੀ ਬਹੁਤ ਗਿਆਨ ਸੁਣ ਕੇ ਆਪ ਜੀ ਨੂੰ ਕੋਈ ਗਿਆਨ ਮਿਲੇਗਾ। ਇਹਦਾ ਕੋਈ ਪ੍ਰਯੋਜਨ ਨਹੀਂ। ਕੋਈ ਗਿਆਨ ਸ਼ਾਂਤ ਨਹੀਂ ਕਰੇਗਾ। ਉਹ ਗਿਆਨ ਤੁਹਾਨੂੰ ਸੰਤੋਖੀ ਬਣਾਦਾ ਹੈ, ਭਾਵੇਂ ਥੋੜ੍ਹੇ ਚਿਰ ਲਈ ਹੀ। ਜਿੰਨਾ ਚਿਰ ਉਹ ਗਿਆਨ ਤੁਹਾਡੇ ਕੰਨਾਂ ਵਿੱਚ ਰਵੇ ਤਾਂ ਤੁਹਾਡੇ ਅੰਦਰਲੀ ਖਿਆਲਾਂ ਦੀ ਉੱਡਦੀ ਹੋਈ ਧੂੜ ਬਹਿਣੀ ਸ਼ੁਰੂ ਹੋ ਜਾਏ, ਮਨ ਇਕਾਗਰ ਹੋ ਜਾਏ, ਸੰਤੋਖੀ ਹੋ ਜਾਏ। ਸੰਤੋਖ ਦਾ ਮਤਲਬ ਕੀ ਹੈ? ਸੰਤੋਖ ਦਾ ਮਤਲਬ ਇਹ ਨਹੀਂ ਕੋਈ ਪਾਟੇ ਹੋਏ ਕੱਪੜੇ ਪਾਉਂਦਾ ਹੈ ਤੇ ਨਵੇਂ ਲਾਹ ਕੇ ਵਗਾ ਦਿੰਦਾ ਵੀ ਮੈਂ ਨਹੀਂ ਪਾਉਣੇ। ਉਹ ਸੰਤੋਖ ਦੇ ਅਰਥ ਨਹੀਂ ਹਨ। ਸੰਤੋਖ ਦੇ ਅਰਥ ਇਹ ਵੀ ਨਹੀਂ ਕਿ ਕੋਈ ਘਰ ਛੱਡ ਕੇ ਕਿਸੇ ਕੁਟੀਆ ਵਿੱਚ ਬੈਠ ਜਾਏ। ਉਹ ਤੇ ਉਹ ਆਪ ਕਰ ਰਿਹਾ ਨਾ, ਉਹਦੇ ਸੁਭਾਅ ਵਿੱਚ ਨਹੀਂ ਆਇਆ। ਜਾਂ ਕਿਸੇ ਨੇ ਆਪਣਾ ਪਰਿਵਾਰ ਤਿਆਗ ਦਿੱਤਾ, ਭਰਾਵਾਂ ਨਾਲ ਨਹੀਂ ਬੋਲਦਾ ਵੀ ਇਹ ਮੋਹ ਹੈ, ਇਹ ਵੀ ਸੰਤੋਖ ਨਹੀਂ ਹੈ। ਸੰਤੋਖ ਦੀ ਪਰਮ ਅਵਸਥਾ ਜਿਹੜੀ ਹੈ, ਸੰਤੋਖ ਦੀ ਅਖੀਰਲੀ ਦਸ਼ਾ ਕਿਹੜੀ ਹੈ? ਜਿੱਥੇ ਭਾਈ ਮੰਝ ਖੜੇ ਹੋ ਕੇ ਕਹਿੰਦੇ ਨੇ ਕਿ ਗੁਰੂ ਉਹਨੂੰ ਕਹਿੰਦੇ, ਗੁਰੂ ਅਰਜਨ ਦੇਵ ਜੀ ਤੈਨੂੰ ਕੁਝ ਚਾਹੀਦਾ? ਤੇ ਮੰਝ ਕਹਿੰਦਾ ਹੈ ਕਿ ਜਿਹੜਾ ਅੰਦਰੋਂ ਮਨ ਮੰਗਦਾ ਸੀ ਉਹਨੂੰ ਮੈਂ ਪੁੱਛਿਆ, ਉਹਨੇ ਜਵਾਬ ਦਿੱਤਾ ਵੀ ਕੁਝ ਨਹੀਂ ਚਾਹੀਦਾ। ਉਹਨੂੰ ਕਹਿੰਦੇ ਸੰਤੋਖ ਆ ਗਿਆ। ਸੰਤੋਖ ਇੱਕ ਤਰ੍ਹਾਂ ਦਾ ਨਹੀਂ ਹੈ ਕਿ ਮੈਂ ਜੇਬ ਵਿੱਚ ਮਾਇਆ ਨਹੀਂ ਪਾਉਂਦਾ, ਜਾਂ ਮੈਂ ਇਹ ਚਮਕਣਾ ਕੱਪੜਾ ਨਹੀਂ ਪਾਉਂਦਾ। ਇਹ ਸੰਤੋਖ ਅਰਥ ਨਹੀਂ ਹੈ, ਜਾਂ ਹੋਰ ਕੋਈ ਮਹਿੰਗੀ ਚੀਜ਼ ਨਹੀਂ। ਸੰਤੋਖ ਦੇ ਅਰਥ ਨੇ ਜਦੋਂ ਮਨ ਦੇ ਸੁਭਾਅ ਵਿੱਚ ਸੰਸਾਰ ਦੀ ਖਿੱਚ ਹੀ ਮਰ ਜਾਏ ਕਿ ਸੰਸਾਰ ਰਵੇ ਕੁਝ ਨਾ, ਕੀ ਸੋਨਾ ਤੇ ਕੀ ਮਿੱਟੀ, ਉਹਨੂੰ ਕਹਿੰਦੇ ਸੰਤੋਖ। ਤਾਂ ਜਿੰਨਾ ਚਿਰ ਆਦਮੀ ਦੇ ਮਨ ਵਿੱਚ ਸੰਤੋਖ ਨਹੀਂ ਆਉਂਦਾ, ਧਰਮ ਨੂੰ ਸਮਝ ਲਈਏ ਇਹ ਤਾਂ ਇਸ ਤਰ੍ਹਾਂ ਹੈ ਵੀ ਚੂਹਾ ਪਹਾੜ ਨੂੰ ਕਵੇ ਵੀ ਮੈਂ ਇਸ ਨੂੰ ਸਾਰੇ ਨੂੰ ਤੋੜਨਾ, ਸਾਰੀ ਉਮਰ ਲੱਗਾ ਰਹੇਗਾ। ਬੜੇ ਚੂਹੇ ਲੱਗੇ ਹੋਏ ਨੇ ਧਰਮ ਨੂੰ ਸਮਝਣ ਵਾਸਤੇ। ਇੱਕ ਚੂਹਾ ਚਾਹੇ, ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦਿੱਤੀਆਂ ਨੇ। ਇਹ ਤਾਂ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਬੰਦਾ ਅੱਗ ਵਿੱਚ ਸੜਦਾ ਹੋਵੇ ਤੇ ਧੂਏ ਨੂੰ ਹੱਥ ਪਾ ਕੇ ਬਾਹਰ ਨਿਕਲਣਾ ਚਾਹੇ, ਉਹਨੂੰ ਬਚਾ ਨਹੀਂ ਸਕਦਾ। ਉਹਦਾ ਵਿਰੋਧੀ ਤੱਤ ਚਾਹੀਦਾ, ਉੱਥੇ ਪਾਣੀ ਚਾਹੀਦਾ, ਉਹ ਅੱਗ ਤਾਂ ਉਹਨੂੰ ਬਚਾਏਗੀ, ਬਚੇਗਾ ਅੱਗ। ਕੋਈ ਬੰਦਾ ਪਾਣੀ ਵਿੱਚ ਡੁੱਬਦਾ ਹੋਵੇ ਤੇ ਉਹ ਪਾਣੀ ਦੇ ਉੱਤੇ ਆਉਂਦੀਆਂ ਲਹਿਰਾਂ ਨੂੰ ਹੱਥ ਪਾ ਕੇ, ਝੱਗ ਨੂੰ, ਬੁਲਬੁਲਿਆਂ ਨੂੰ ਹੱਥ ਪਾ ਕੇ ਬਾਹਰ ਨਿਕਲਣਾ ਚਾਹੇ ਤੇ ਕਦੇ ਨਹੀਂ ਨਿਕਲ ਸਕਦਾ। ਬੇੜੀ ਉਹਨੂੰ ਬਚਾ ਸਕਦੀ, ਉਸ ਪਾਣੀ ਦਾ ਵਿਰੋਧੀ ਜਿਹੜਾ ਹੈ। ਇਸੇ ਤਰ੍ਹਾਂ ਧਰਮ ਜਿਹੜਾ ਹੈ, ਹੋਰ ਕੋਈ ਗਿਆਨ ਉਹਨੂੰ ਸਮਝਣ ਵਿੱਚ ਕੰਮ ਨਹੀਂ ਦਿੰਦਾ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜਿੱਦਣ ਬੰਦਾ ਸੰਤੋਖੀ ਹੋ ਜਾਏਗਾ
ਆਦਮੀ ਦੀ ਪਕੜ ਛੁੱਟ ਜਾਏਗੀ ਸੰਸਾਰ ਨਾਲੋਂ, ਖਾਲੀ ਹੋ ਜਾਏਗਾ। ਵਿੱਚ ਰਹਿੰਦਾ ਹੋਇਆ ਵੀ ਉਹ ਚੰਬੜੇਗਾ ਨਹੀਂ ਸੰਸਾਰ ਦੇ ਨਾਲ। ਉਦੋਂ ਉਹਨੂੰ ਧਰਮ ਦੀ ਪਹਿਲੀ ਕਿਰਨ ਦੇ ਦਰਸ਼ਨ ਹੋਣਗੇ ਵੀ ਇਹ ਧਰਮ ਹੈ, ਇਹ ਆਨੰਦ ਹੈ, ਇਹਨੂੰ ਧਰਮ ਕਹਿੰਦੇ। ਨਹੀਂ ਤੇ ਆਪੋ ਆਪਣੇ ਧਰਮ ਬਣਾਏ ਹੋਏ ਨੇ, ਕਿਸੇ ਨੂੰ ਕਿਸੇ ਦੇ ਦਰਸ਼ਨ ਹੁੰਦੇ ਨੇ, ਕਿਸੇ ਨੂੰ ਕਿਸੇ ਦੇ, ਕੋਈ ਕੁਝ ਕਹਿੰਦਾ। ਆਪੋ ਆਪਣੇ ਧਰਮ ਨੇ, ਆਪੋ ਆਪਣੀਆਂ ਧਾਰਨਾਵਾਂ ਨੇ, ਆਪੋ ਆਪਣੀਆਂ ਸਮਝਾਂ ਨੇ। ਜਿਹੜਾ ਆਪਣੇ ਧਰਮ ਵਿੱਚ ਜਿਹਦੇ ਪਿੱਛੇ ਤੁਰਦਾ ਹੈ, ਚੌਥੇ ਪੰਜਵੇਂ ਦਿਨ ਉਹਨੂੰ ਉਹਦੇ ਦਰਸ਼ਨ ਹੋ ਜਾਂਦੇ ਨੇ। ਕਿਸੇ ਨੂੰ ਚਾਨਣ ਦਿਸਦਾ ਹੈ, ਕਿਸੇ ਨੂੰ ਬੱਦਲ ਗਰਜਦਾ। ਇਹ ਕੀ ਹੈ? ਇਹ ਬੰਦੇ ਦੇ ਆਪਣੇ ਬਣਾਏ ਹੋਏ ਧਰਮ ਨੇ। ਜਿਹੜਾ ਪਰਮਾਤਮਾ ਦਾ, ਗੁਰੂ ਗੋਬਿੰਦ ਸਿੰਘ ਦਾ ਧਰਮ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਧਰਮ ਹੈ, ਉਹ ਕੀ ਹੈ ਕਿ ਜਦੋਂ ਬੰਦਾ ਸੰਸਾਰ ਵਿੱਚ ਰਹਿੰਦਾ ਹੋਇਆ ਨਾ ਸੰਸਾਰ ਨੂੰ ਤਿਆਗੇ ਤੇ ਨਾ ਸੰਸਾਰ ਨੂੰ ਫੜੇ, ਇੱਕੋ ਦਮ ਦੋਵੇਂ ਚੀਜ਼ਾਂ। ਤਿਆਗਣ ਵਾਲਾ ਵੀ ਤੇ ਅੰਦਰੋਂ ਤਿਆਗੀ ਹੋਂਦ ਦੇ ਆਸਰੇ ਤਿਆਗ ਰਿਹਾ ਨਾ, ਮੈਂ ਤਿਆਗਿਆ ਹੈ। ਤਾਂ ਜਿਹੜਾ ਫੜਨ ਵਾਲਾ ਉਹ ਵਿੱਚ ਡੁੱਬਾ ਹੋਇਆ, ਦੋਵੇਂ ਫਸੇ ਹੋਏ ਨੇ। ਇੱਕ ਤੀਸਰਾ ਹੈ ਜਿਹਨੇ ਨਾ ਤਿਆਗਿਆ ਹੈ ਨਾ ਫੜਿਆ ਹੈ। ਉਹ ਦਸ਼ਾ ਜਿਹੜੀ ਉਹਨੂੰ ਸਤਿਗੁਰੂ ਨੇ ਕਿਹਾ ਵੀ ਸੰਤੋਖ ਥਾਪ ਰੱਖਿਆ ਜਿਨ ਸੂਤ। ਇਹ ਸੰਤੋਖ ਦੀ ਸਥਿਤੀ ਹੈ। ਇਹਦੇ ਤੋਂ ਬਿਨਾਂ ਇਸ ਚੱਕਰ ਦੀ ਸਮਝ ਆ ਜਾਏ, ਕੋਈ ਵੇਦ ਨਹੀਂ ਸੰਸਾਰ ਵਿੱਚ, ਕੋਈ ਵਖਿਆਨ ਨਹੀਂ। ਚੀਜ਼ਾਂ ਨੂੰ ਸਮਝ ਸਮਝ ਕੇ ਫਿਰ ਬੇਸਮਝ ਹੋ ਜਾਵਾਂਗੇ ਜਿੰਨਾ ਚਿਰ ਸੰਤੋਖੀ ਨਾ ਹੋਏ। ਔਰ ਜੇ ਕੋ ਬੁੱਝੈ, ਜੇ ਕੋਈ ਇਸ ਸੰਤੋਖ ਦੀ ਸਥਿਤੀ ਨੂੰ ਬੁੱਝ ਗਿਆ, ਬਸ ਇਹ ਰਸਤਾ ਹੈ। ਜਿਸ ਰਾਹ ਦੀ ਆਪਾਂ ਗੱਲ ਕਰ ਰਹੇ ਹਾਂ, ਹੋਰ ਕੋਈ ਰਾਹ ਨਹੀਂ, ਸੰਤੋਖੀ ਹੋਣਾ ਹੀ ਰਾਹ ਹੈ। ਤੇ ਸੰਤੋਖੀ ਦਾ ਇੱਕ ਦੂਸਰਾ ਹਿੱਸਾ ਵੀ ਮੈਂ ਕਹਿ ਦਿਆਂ। ਇੱਕ ਤਾਂ ਇਹ ਕਿ ਆਦਮੀ ਮੰਗੇ ਕੁਝ ਨਾ, ਇੱਕ ਤੇ ਇਹ ਹਿੱਸਾ ਹੈ। ਇੱਕ ਦੂਸਰਾ ਹਿੱਸਾ ਸੰਤੋਖ ਦਾ ਉਹ ਇਹ ਹੈ, ਇੱਕ ਤਾਂ ਮੰਗੇ ਕੁਝ ਨਾ, ਜੋ ਕੁਝ ਨਹੀਂ ਮਿਲਿਆ। ਇੱਕ ਜੋ ਕੁਝ ਹੈ ਉਹਨੂੰ ਚੇਤੇ ਵਿੱਚ ਰੱਖੇ, ਉਹਨੂੰ ਤਿਆਗੇ ਨਾ। ਜੋ ਮਿਲਿਆ ਉਹਨੂੰ ਸਮਝੇ ਕਿ ਬਹੁਤ ਹੈ। ਇਹ ਦੋ ਹਿੱਸੇ ਨੇ। ਇੱਕ ਹੋਰ ਮੰਗੇ ਨਾ, ਇੱਕ ਜੋ ਮਿਲਿਆ ਉਹਨੂੰ ਭੁੱਲੇ ਨਾ। ਇਹ ਸੰਤੋਖ ਦੀਆਂ ਦੋ ਸਥਿਤੀਆਂ ਨੇ ਇਸ ਸੂਤਰ ਦੀਆਂ। ਜੋ ਕੁਝ ਕੋਲ ਹੈ, ਉਹ ਜਿਵੇਂ ਦਾ ਮਕਾਨ ਹੈ, ਜਿਵੇਂ ਦਾ ਕੱਪੜਾ ਹੈ, ਜਿਵੇਂ ਦਾ ਪਰਿਵਾਰ ਹੈ, ਜਿਵੇਂ ਦਾ ਸਰੀਰ ਹੈ, ਜਿਵੇਂ ਦੀ ਗੁਰੂ ਵੱਲੋਂ ਜਿੰਨੀ ਕੁ ਦਾਤ ਮਿਲੀ ਹੈ ਸਿੱਖੀ ਦੀ, ਜਿੰਨੀ ਕੁ ਅਵਸਥਾ ਬਣੀ, ਉਹ ਵੀ ਪ੍ਰਵਾਨ, ਓਨੀ ਪ੍ਰਵਾਨ ਹੈ। ਜ਼ਰੂਰੀ ਨਹੀਂ ਵੀ ਬਹੁਤਾ ਵੱਡਾ ਧਿਆਨ ਲੱਗ ਜਾਏ। ਇਹ ਦੋ ਤਰ੍ਹਾਂ ਦਾ ਸੰਤੋਖ ਹੈ। ਜੋ ਕੁਝ ਕੋਲ, ਉਹਦੇ ਉੱਤੇ ਤ੍ਰਿਪਤ, ਔਰ ਮੰਗ ਕੇ ਸਾਰੀ ਉਮਰ ਵੇਖ ਹੀ ਲਿਆ ਹੈ। ਇੱਕ ਮਹੀਨਾ ਇਸ ਤਰ੍ਹਾਂ ਵੀ ਵੇਖ ਲੈਣਾ ਵੀ ਜੋ ਕੁਝ ਹੈ ਇੰਨਾ ਹੀ ਬੜਾ ਹੈ। ਇੱਕ ਮਹੀਨਾ ਸਿਰਫ ਇਹ ਕਰਕੇ ਵੇਖਣਾ, ਤਾਂ ਫਿਰ ਬਹੁਤੀਆਂ ਵਿਧੀਆਂ ਦੀ ਲੋੜ ਨਹੀਂ ਪਏਗੀ। ਤਾਂ ਫਿਰ ਬਹੁਤੇ ਗਿਆਨ ਧਿਆਨ ਪੜ੍ਹਨ ਸੁਣਨ ਦੀ ਜ਼ਰੂਰਤ ਨਹੀਂ ਰਹਿ ਜਾਏਗੀ। ਇਹ ਇੱਕ ਅਭਿਆਸ ਹੈ। ਤੇ ਦੂਸਰੇ ਪਾਸੇ ਜਿਹੜਾ ਮਨੁੱਖ ਸੰਤੋਖ ਤੋਂ ਪਾਰ ਚਲਾ ਜਾਂਦਾ ਹੈ, ਲੋਭੀ ਹੋ ਜਾਂਦਾ ਹੈ, ਸੰਤੋਖ ਨੂੰ ਹੱਥੋਂ ਛੱਡ ਦਿੰਦਾ, ਉਸ ਸੂਤਰ ਨੂੰ, ਉਹਦੀ ਜ਼ਿੰਦਗੀ ਦੀ ਕੰਧ ਫਿਰ ਸਿੱਧੀ ਕਿਵੇਂ ਬਣ ਸਕਦੀ? ਉਹ ਤਾਂ ਲੋਭੀ ਹੋ ਜਾਂਦਾ ਇੰਨਾ, ਉਹ ਜੋ ਕੁਝ ਕੋਲ ਹੁੰਦਾ ਉਹਨੂੰ ਤੇ ਕਦੀ ਚੇਤੇ ਨਹੀਂ ਕਰਦਾ, ਤੇ ਜੋ ਕੁਝ ਨਹੀਂ ਉਹਦੇ ਵਾਸਤੇ ਦਿਨ ਰਾਤ ਰੋਂਦਾ ਪਿੱਟਦਾ ਹੈ। ਜੋ ਨਹੀਂ ਮਿਲਿਆ ਉਹਦੇ ਵਾਸਤੇ ਰੋਈ ਜਾਂਦਾ, ਬਾਹਾਂ ਖੜੀਆਂ ਕਰਕੇ ਦਿਨ ਰਾਤ ਕਲਪੀ ਜਾਂਦਾ ਹੈ। ਭਿਖਾਰੀ ਬਣਿਆ ਹੋਇਆ, ਭੀਖ ਮੰਗਦਾ ਰਹਿੰਦਾ। ਲੰਮੀਆਂ ਲੰਮੀਆਂ ਅਰਦਾਸਾਂ ਨੇ, ਬਹੁਤ ਯਾਤਰਾਵਾਂ ਨੇ, ਬਹੁਤ ਕੁਝ। ਕਾਹਦੇ ਵਾਸਤੇ ਹੈ? ਜੋ ਨਹੀਂ ਉਹ ਮਿਲ ਜਾਏ। ਦੇ ਦੇ ਦਾਤ ਕਰੇ ਦਾਤਾਰ। ਤਾਂ ਜਿਹੜਾ ਕੋਲ ਹੈ, ਜੋ ਗੁਰੂ ਨੇ ਦਿੱਤਾ ਹੈ, ਉਹ ਸਾਧ ਸੰਗਤ ਚੇਤੇ ਵਿੱਚ ਨਹੀਂ ਆਉਂਦਾ। ਇਹ ਲੋਭੀ ਦੀ ਬਿਰਤੀ ਹੈ। ਨਹੀਂ ਤਾਂ ਜੋ ਕੁਝ ਕੋਲ ਸੀ ਉਹਦਾ ਉਪਯੋਗ ਕੀਤਾ ਜਾ ਸਕਦਾ ਹੈ। ਮੈਂ ਉਸ ਸਿੱਖ ਦੀ ਕਹਾਣੀ, ਭਾਵੇਂ ਇਹ ਜੀਵਨ ਔਖਾ ਲੱਗਦਾ ਹੈ, ਕਦੀ ਭੁਲਾ ਨਹੀਂ ਸਕਿਆ ਕਿ ਜਿਹਨੂੰ, ਜਿਹੜਾ ਗੁਰੂ ਦਾ ਦਸਵੰਧ ਇਕੱਠਾ ਕਰਦਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹ ਉਗਰਾਹੀ ਕਰਦਾ ਸੀ ਹਰ ਇੱਕ ਸਿੱਖ ਦੇ ਘਰੋਂ, ਮਾਇਆ ਲਿਆ ਕੇ ਗੁਰੂ ਨੂੰ ਦਿੰਦਾ ਸੀ।
ਤਾਂ ਇੱਕ ਦਿਨ ਇੱਕ ਘਰ ਦੇ ਅੱਗੋਂ ਨਿਕਲਿਆ ਤਾਂ ਉੱਥੇ ਇੱਕ ਮਾਈ ਮਾਂਜਾ ਫੇਰ ਰਹੀ ਸੀ। ਘਰ ਵਿੱਚ ਕੂੜਾ ਇਕੱਠਾ ਹੋਇਆ, ਉਹਦੇ ਅੱਗੇ ਜਾ ਕੇ ਸਤਨਾਮ ਵਾਹਿਗੁਰੂ ਕਹਿ ਦਿੱਤਾ, ਸਤ ਕਰਤਾਰ ਬਈ ਕੁਝ ਦਿਓ ਗੁਰੂ ਵਾਸਤੇ। ਤਾਂ ਉਸ ਮਾਈ ਨੂੰ ਕ੍ਰੋਧ ਆ ਗਿਆ, ਉਸ ਇਸਤਰੀ ਨੂੰ ਗੁੱਸਾ ਆ ਗਿਆ ਉਹਦੇ ਮੰਗਣ ਦੇ ਉੱਤੇ। ਸੁਭਾਅ ਉਹਦਾ ਕਠੋਰ ਸੀ, ਉਹਨੇ ਕੂੜਾ ਹੀ ਚੁੱਕ ਕੇ ਉਸ ਸਿੱਖ ਦੀ ਝੋਲੀ ਵਿੱਚ ਪਾ ਦਿੱਤਾ। ਕਹਿਣ ਲੱਗੀ ਇਹ ਅਗਰਾਈ ਇਹ ਲੈ ਜਾ। ਪਰ ਉਸ ਸਿੱਖ ਦਾ ਜੀਵਨ ਕਿੰਨਾ ਵੱਡਾ ਹੋਵੇਗਾ, ਉਹਨੇ ਸ਼ੁਕਰ ਕਰਕੇ ਉਹ ਕੂੜਾ ਝੋਲੀ ਵਿੱਚ ਪਵਾਇਆ ਅਤੇ ਘਰ ਵਾਪਸ ਮੁੜ ਆਇਆ। ਫਿਰ ਇੱਕ ਹੋਰ ਵੇਖੋ, ਮੈਂ ਗੱਲ ਕਰ ਰਿਹਾ ਸੀ ਜਿਨ੍ਹਾਂ ਦੇ ਅੰਦਰ ਜੋ ਕੁਝ ਕੋਲ ਹੈ, ਜਿਨ੍ਹਾਂ ਨੇ ਉਹਦੇ ਵਿੱਚੋਂ ਖੋਜ ਲਿਆ, ਉਹਨਾਂ ਨੂੰ ਬਹੁਤ ਕੁਝ ਮਿਲਿਆ। ਉਸ ਸਿੱਖ ਨੇ ਕੂੜਾ ਸਿੱਟਿਆ ਨਹੀਂ ਤਾਂ ਕੂੜੇ ਨੂੰ ਕੂੜੇਦਾਨ ਵਿੱਚ ਸਿੱਟ ਆਉਂਦਾ, 2-4 ਗਾਲਾਂ ਕੱਢ ਦਿੰਦਾ ਹੋਰ। ਪਰ ਨਹੀਂ, ਉਹਨੇ ਵੇਖਿਆ ਵੀ ਇਹ ਗੁਰੂ ਦੇ ਇੱਕ ਸਿੱਖ ਨੇ ਕੂੜਾ ਦਿੱਤਾ ਹੈ, ਤਾਂ ਕੂੜੇ ਨੂੰ ਚੰਗੀ ਤਰ੍ਹਾਂ ਵੇਖਿਆ, ਧਿਆਨ ਨਾਲ ਖੋਜਿਆ, ਤੇ ਉਹਦੇ ਵਿੱਚੋਂ ਇੱਕ ਬੇਰੀ ਦਾ ਬੀਜ ਮਿਲ ਗਿਆ, ਗਿਟਕ ਮਿਲ ਗਈ, ਕਿਤੇ ਖਾ ਕੇ ਸਿੱਟੀ ਹੋਈ ਸੀ ਘਰ ਵਿੱਚ। ਉਹਨੇ ਉਹ ਗਿਟਕ ਤਾਂ ਕੱਢ ਲਈ, ਫਿਰ ਕੂੜਾ ਸਿੱਟ ਦਿੱਤਾ, ਗਿਟਕ ਬੀਜ ਦਿੱਤੀ, ਉਹ ਬੇਰੀ ਬਣ ਗਈ, ਉਹਦੀ ਛਾਂ ਹੋ ਗਈ, ਉਹਨੂੰ ਬੇਰ ਲੱਗ ਗਏ। ਉਹਦੇ ਥੱਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਕੇ ਬਹਿ ਗਏ, ਕੱਢ ਲਿਆ ਉਹਦੇ ਵਿੱਚ। ਤੇ ਸਤਿਗੁਰੂ ਨੇ ਕਿਹਾ ਸੀ ਕਿ ਗੁਰੂ ਕੇ ਸਿੱਖਾ, ਇਹਨੂੰ ਕਹਿੰਦੇ ਨੇ ਤੇਰੇ ਕੋਲ ਸੰਤੋਖ ਦਾ ਸੂਤਰ ਹੈ ਵੀ ਤੂੰ ਕੂੜੇ ਵਿੱਚੋਂ ਵੀ ਇਹ ਬੇਰੀ ਕੱਢ ਲਈ। ਜਿਹੜਾ ਨਿਕੰਮਾ ਸੀ, ਕੁਝ ਵੀ ਨਹੀਂ ਸੀ ਜਿਹਦੇ ਵਿੱਚ, ਕੂੜੇ ਵਿੱਚੋਂ ਵੀ ਕੱਢ ਲਈ। ਅੱਜ ਤੇ ਬੰਦੇ ਨੂੰ ਕਿਸੇ ਨੂੰ ਕੁਝ ਪਸੰਦ ਹੀ ਨਹੀਂ, ਕਿਸੇ ਨੂੰ ਕੁਝ ਚੰਗਾ ਹੀ ਨਹੀਂ ਲੱਗਦਾ। ਜੇ ਪਰਿਵਾਰਾਂ ਦੇ ਸੰਬੰਧ ਨਹੀਂ ਆਪਸ ਵਿੱਚ, ਬੈਰ ਵਿਰੋਧ ਤੇ ਕੀ ਹੈ ਕਿ ਜਿਸ ਬੱਚੀ ਨੂੰ ਵਿਆਹ ਕੇ ਲਿਆਂਦਾ, ਪਹਿਲਾਂ ਤਾਂ ਠੀਕ ਸੀ, ਹੁਣ ਨਹੀਂ ਚੰਗੀ, ਠੀਕ ਨਹੀਂ ਲੱਗਦੀ, ਉਹਦੇ ਵਿੱਚ ਕਮੀਆਂ ਨੇ, ਉਹਨੇ ਦਾਜ ਦਹੇਜ ਪੂਰਾ ਨਹੀਂ ਲਿਆਂਦਾ, ਉਹਨੂੰ ਕੁਝ ਆਉਂਦਾ ਨਹੀਂ, ਉਹ ਚੰਗੀ ਨਹੀਂ। ਤਾਂ ਉਹਦੇ ਵਿੱਚ ਵੀ ਕੁਝ ਨਾ ਕੁਝ ਤਾਂ ਚੰਗਾ ਹੋਵੇਗਾ ਜ਼ਰੂਰ, ਜੋ ਸਾਨੂੰ ਦਿਸਿਆ ਨਹੀਂ। ਔਰ ਦਿਸਿਆ ਤਾਂ ਨਹੀਂ ਕਿ ਸਾਡੇ ਅੰਦਰ ਮੇਰ ਤੇਰ ਹੈ। ਮੇਰ ਤਾਂ ਹੈ ਜੇ ਤੇ ਉਹ ਆਪਣੀ ਲੜਕੀ ਹੈ, ਉਹਦੇ ਵਿੱਚ ਤਾਂ ਚੰਗੇ ਚੰਗੇ ਗੁਣ ਤਾਂ ਦਿਸਦੇ ਨੇ ਬੰਦੇ ਨੂੰ, ਮਾੜੇ ਨਹੀਂ ਦਿਸਦੇ, ਕਿਸੇ ਨੂੰ ਬੋਲਣ ਨਹੀਂ ਦਿੰਦਾ। ਪਰ ਜਿਹੜੇ ਉਹਦੇ ਵਿੱਚ ਮਾੜੇ ਨੇ ਉਹ ਨਹੀਂ ਯਾਦ ਕਰਦਾ, ਪਰ ਜਿਹੜੀ ਬਾਹਰੋਂ ਵਿਆਹ ਕੇ ਲਿਆਂਦੀ ਹੈ ਉਹਦੇ ਮਾੜੇ ਦਿਸਦੇ ਨੇ, ਚੰਗਾ ਨਹੀਂ ਦਿਸਦਾ ਉਹਦਾ। ਇਹਨੂੰ ਕਹਿੰਦੇ ਨੇ ਮੇਰ ਤੇਰ। ਤੇ ਗੁਰੂ ਸਾਹਿਬ ਨੇ ਤੇ ਕਿਹਾ ਉਹ ਸਿੱਖ ਹੀ ਨੇ ਜਿਹਦੇ ਵਿੱਚ ਮੇਰ ਤੇਰ ਹੈ। ਇਹ ਮਾਰਗ ਖੰਡੇ ਧਾਰ, ਮੇਰ ਤੇਰ ਵਿਵਰਜਿਤ। ਇਹ ਵਿਵਰਜਿਤ ਸ਼ਬਦ ਬੜਾ ਸਖਤ ਹੈ। ਵਿਵਰਜਿਤ ਦਾ ਅਰਥ ਹੈ ਬੜੇ ਸਖਤੀ ਦੇ ਨਾਲ ਰੋਕ ਦੇਣਾ। ਬੱਜਰ, ਬੱਜਰ ਰੋਕਿਆ ਹੋਇਆ, ਜਿਹਨੂੰ ਤੁਸੀਂ ਕਰੋਗੇ ਤੇ ਤੁਸੀਂ ਬੱਜਰ ਕੁਰੈਤੀ ਹੋ ਜਾਓਗੇ। ਮੇਰ ਤੇਰ ਕਰਨਾ, ਫਰਕ ਕਰਨਾ, ਫਿਰ ਉਹਦੇ ਨਾਲ ਕਰਨਾ ਜੋ ਘਰ ਵਿੱਚ ਹੀ ਲਿਆਂਦਾ ਹੈ ਇੱਕ ਜੀਵ। ਗੁਰੂ ਸਾਹਿਬ ਨੇ ਤੇ ਇੱਥੋਂ ਤੱਕ ਕਿਹਾ ਵੀ ਇਹ ਵੀ ਅਭਿਆਸ ਕਰ ਵੀ ਬਾਹਰ ਵੀ ਮੇਰ ਤੇਰ ਵਿਵਰਜਿਤ ਹੋ ਜਾਏ। ਪਰ ਚਲੋ ਬਾਹਰ ਨਹੀਂ ਤੇ ਘੱਟੋ ਘੱਟ ਤੂੰ ਆਪਣੇ ਘਰ ਵਿੱਚ ਤਾਂ ਕਰ, ਕਿ ਜਿਹੜੀ ਬੱਚੀ ਤੇਰੀ ਆਪਣੀ ਰਹੀ ਹੈ ਉਹ ਬਾਹਰੋਂ ਲਿਆਂਦੀ ਹੈ। ਇਹ ਦੋਵਾਂ ਵਾਸਤੇ ਇੱਕੋ ਜਿਹਾ ਹੈ। ਇਹ ਉਸ ਬੱਚੀ ਨੂੰ ਵੀ ਚਾਹੀਦਾ ਹੈ ਕਿ ਜਿਵੇਂ ਦੇ ਮਾਂ ਬਾਪ ਉਹਦੇ ਪਿੱਛੇ ਸਨ, ਹੁਣ ਜਿਹੜੇ ਘਰ ਵਿੱਚ ਆ ਗਏ ਇਹ ਵੀ ਉਸੇ ਤਰ੍ਹਾਂ ਦੇ ਨੇ। ਜਿਵੇਂ ਉਹਨਾਂ ਦੀ ਖੰਘ ਚੰਗੀ ਲੱਗਦੀ ਸੀ, ਹੁਣ ਇਹਨਾਂ ਦੀ ਕਿਉਂ ਨਹੀਂ ਲੱਗਦੀ? ਇਹ ਚੰਗੇ ਕਿਉਂ ਨਹੀਂ ਲੱਗਦੇ? ਇਹਨਾਂ ਨੂੰ ਬਾਹਰ ਕੱਢ ਦਿਓ, ਇਹਨਾਂ ਨੂੰ ਵੱਖਰੇ ਕਰ ਦਿਓ, ਦੂਰ ਕਰ ਦਿਓ। ਇਹ ਕਿਉਂ ਆ ਗਿਆ? ਪ੍ਰਵਾਨ ਨਹੀਂ, ਕੁਝ ਸੰਤੋਖ ਨਹੀਂ ਹੈ। ਹੁਣ ਇਹ ਚੰਗਾ ਨਹੀਂ ਲੱਗਦਾ, ਇਹ ਉਹਦੀ ਵੀ ਗਲਤੀ ਹੈ, ਇਹ ਉਹਦੀ ਜ਼ਿੰਦਗੀ ਦਾ ਦੁੱਖ ਹੈ ਕਿ ਉਹ ਵੀ ਮੇਰ ਤੇਰ ਵਿੱਚ ਦੋਵਾਂ ਪਾਸਿਓਂ ਸਭ ਕੁਝ ਹੈ, ਇੱਕ ਪਾਸੇ ਨਹੀਂ। ਉਹ ਵੀ ਮੇਰ ਤੇਰ ਵਿੱਚ ਪੈ ਗਈ, ਹੁਣ ਇਹ ਨਹੀਂ ਚਾਹੀਦੇ। ਪਰ ਉਹਨੂੰ ਇਹ ਚੇਤੇ ਰੱਖਣਾ ਚਾਹੀਦਾ ਵੀ ਜਿਹੜਾ ਇਹ ਪਤੀ ਤੇਰਾ ਅੱਜ ਜਵਾਨ 20-25 ਸਾਲ ਦਾ ਤੇਰੇ ਸਾਹਮਣੇ ਬੈਠਾ ਹੈ, ਜਿਹਨੂੰ ਤੂੰ ਕਬਜ਼ਾ ਕਰਕੇ ਬੈਠ ਗਈ ਹੈ, ਇਹਨੂੰ ਵੀ ਕਿਸੇ ਮਾਂ ਨੇ ਪੀੜਾ ਸਹਿ ਕੇ ਜਨਮ ਦਿੱਤਾ ਹੈ, ਦਿਨ ਰਾਤ ਉਹਨੂੰ ਦੁੱਧ ਪਿਆਇਆ, ਉਹਦੇ ਕੱਪੜੇ ਬਦਲੇ ਨੇ, ਜਾਗਦੀ ਰਹੀ ਹੈ।
ਇਹਨੂੰ ਦੁੱਖ ਦਾਰੂ ਵਿੱਚ ਦਵਾਈਆਂ ਦਿੰਦੀ ਰਹੀ ਹੈ। ਇਹ ਵੀ ਕਿਸੇ ਦਾ ਪੁੱਤਰ ਹੈ, ਉਹਨਾਂ ਨੇ 10-15 ਸਾਲ ਗੋਦ ਵਿੱਚ ਚੁੱਕ ਕੇ ਇਹਨੂੰ ਖਿਡਾਇਆ, ਵੱਡਾ ਕੀਤਾ ਹੈ, ਤੇ ਤੈਨੂੰ ਇਹਨਾਂ ਇਹ ਪਾਲ ਕੇ ਦਿੱਤਾ ਹੈ। ਅੱਜ ਤੈਨੂੰ ਇਹ ਤੇ ਦਿਸਦਾ ਹੈ, ਪਰ ਪਾਲਣ ਵਾਲੇ ਹੱਥ ਨਹੀਂ ਦਿਸਦੇ, ਉਹ ਯਾਦ ਵਿੱਚੋਂ ਨਿਕਲ ਗਏ ਨੇ। ਇਸ ਕਰਕੇ ਇਹ ਦੋਵਾਂ ਪਾਸਿਆਂ ਵਿੱਚ ਸੰਤੋਖ ਨਹੀਂ ਹੈ ਔਰ ਮੇਰ ਤੇਰ ਨਾਲ ਭਰੇ ਹੋਏ ਨੇ, ਜਿਸ ਕਰਕੇ ਸਾਰਾ ਪਰਿਵਾਰਕ ਜੀਵਨ ਨਰਕ ਬਣ ਗਿਆ। ਇਹ ਮੇਰ ਤੇਰ ਫਸਿਆ ਹੋਇਆ। ਔਰ ਸ਼ੁਰੂ ਤੋਂ ਲੈ ਕੇ ਹਿੰਦੁਸਤਾਨ ਦੇ ਸੁਭਾਅ ਵਿੱਚ, ਇੱਥੋਂ ਦੇ ਲੋਕ ਗੀਤਾਂ ਦੇ ਵਿੱਚ, ਇੱਥੋਂ ਦੇ ਨਾਟਕਾਂ ਦੇ ਵਿੱਚ ਇਸ ਲੜਾਈ ਨੂੰ ਹੋਰ ਇਸ ਅੱਗ ਨੂੰ ਉੱਚਾ ਕੀਤਾ ਗਿਆ ਵੀ ਇਹ ਤਾਂ ਲੜਾਈ ਹੁੰਦੀ ਹੁੰਦੀ ਹੈ, ਮੇਰ ਤੇਰ ਹੁੰਦੀ ਹੈ। ਪਰ ਸਤਿਗੁਰੂ ਨੇ ਕਿਹਾ ਨਹੀਂ। ਇਸ ਕਰਕੇ ਮੈਂ ਜਿਹੜਾ ਵਿਸ਼ਾ ਲੈ ਰਿਹਾ ਸੀ, ਸੰਤੋਖ ਜਿਹੜਾ ਸਮਾਜਿਕ ਸੁੱਖ ਵੀ ਪੈਦਾ ਕਰਦਾ ਹੈ। ਸੰਤੋਖ ਕੋਈ ਇਕੱਲਾ ਇਹ ਨਹੀਂ ਵੀ ਗੁਰੂ ਨਾਲ ਸੰਬੰਧ ਬਣਾਏਗਾ, ਵੀ ਰੱਬ ਨਾਲ ਸਾਂਝ ਪਾਏਗਾ, ਉਹ ਤੇ ਗੱਲ ਪੱਕੀ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪਰਖਿਆ ਜਨ ਸੂਤ, ਦਇਆ ਕੁਪਾ ਸੰਤੋਖ ਸੂਤ। ਸੂਤਰ ਹੈ ਜ਼ਿੰਦਗੀ ਦਾ ਸੰਤੋਖ। ਜਿਹੜਾ ਸੰਤੋਖ ਦਾ ਮਤਲਬ ਹੈ ਜੋ ਕੁਝ ਤੈਨੂੰ ਮਿਲਿਆ ਉਹਨੂੰ ਪ੍ਰਵਾਨ ਕਰ ਲੈ। ਇਹ ਧਰਮ ਨੂੰ ਪਾਉਣ ਦਾ ਸੂਤਰ ਹੈ, ਜ਼ਿੰਦਗੀ ਨੂੰ ਸਿੱਧੇ ਰੱਖਣ ਦਾ ਇੱਕ ਧਾਗਾ ਹੈ। ਤੇ ਜਿਹੜਾ ਸੰਤੋਖ ਹੈ, ਜਿੱਥੇ ਰੱਬ ਨਾਲ ਸਾਂਝ ਬਣਾਉਂਦਾ, ਜਿੱਥੇ ਗੁਰੂ ਨਾਲ ਮਿੱਤਰਤਾ ਵਧਾਉਂਦਾ ਹੈ, ਉੱਥੇ ਸਮਾਜਿਕ ਰਿਸ਼ਤਿਆਂ ਦੇ ਵਿੱਚ ਵੀ ਹਰ ਇੱਕ ਰਿਸ਼ਤੇ ਦੀ ਗੰਢ ਨੂੰ ਹੋਰ ਪੀੜਿਆਂ ਕਰਦਾ ਹੈ। ਇਹਦੇ ਉਲਟ ਜਿਹੜਾ ਲੋਭ ਹੈ, ਮੇਰ ਤੇਰ ਹੈ, ਸਵਾਰਥ ਹੈ, ਉਹ ਰੱਬ ਨਾਲ ਵੀ ਨਾਤਾ ਨਹੀਂ ਬਣਨ ਦਿੰਦਾ, ਉਹ ਗੁਰੂ ਨਾਲ ਮਿੱਤਰਤਾ ਵੀ ਕੱਚੀ ਰੱਖਦਾ ਹੈ। ਤੇ ਜੇ ਤੁਸੀਂ ਸਮਾਜਿਕ ਰਿਸ਼ਤਿਆਂ ਦੀ ਗੱਲ ਕਰਦੇ ਹੋ ਤੇ ਲੋਭੀ ਬੰਦਾ ਉੱਥੇ ਵੀ ਹਰ ਇੱਕ ਨੂੰ ਧੋਖਾ ਦਿੰਦਾ ਹੈ, ਲੋਭ ਨਾਲ ਜੁੜਿਆ ਹੋਇਆ। ਜਾਂ ਲੱਭ ਤਾਂ ਨੇਹੋ ਕਿਹਾ, ਜਿਸ ਪਿਆਰ ਦੇ ਵਿੱਚ ਇਕੱਲਾ ਲੋਭ ਹੀ ਹੈ, ਜਿਸ ਪਿਆਰ ਦੀ ਨੀਂਹ ਹੀ ਲੋਭ ਤੋਂ ਸ਼ੁਰੂ ਹੁੰਦੀ ਹੈ, ਉਹ ਪਿਆਰ ਵਧੇਗਾ ਕਿਵੇਂ? ਇਹ ਇੱਕ ਰਿਸ਼ਤਾ ਹੈ ਨਾ, ਪਤੀ ਪਤਨੀ ਦਾ, ਬੱਚੀ ਦਾ ਰਿਸ਼ਤਾ ਕੀਤਾ ਜਾਂਦਾ ਹੈ ਤੇ ਸ਼ੁਰੂਆਤ ਤੇ ਲੋਭ ਤੋਂ ਸ਼ੁਰੂ ਹੋ ਜਾਂਦੀ ਹੈ। ਅਜੇ ਰਿਸ਼ਤਾ ਹੋਣਾ ਹੈ, ਗੱਲ ਪਿਆਰ ਦੀ ਸ਼ੁਰੂ ਹੋਣੀ ਹੈ ਕਿ ਦੋ ਆਤਮਾਵਾਂ ਦਾ ਮੇਲ ਹੈ, ਦੋ ਸਰੀਰਾਂ ਦਾ ਮੇਲ ਹੈ, ਬੜਾ ਲੰਮਾ ਸਫ਼ਰ ਚੱਲਣਾ ਹੈ, ਇਹਦੀ ਗੰਢ ਪੀੜੀ ਹੋਣੀ ਚਾਹੀਦੀ। ਪਰ ਸ਼ੁਰੂਆਤ ਕਿੱਥੋਂ ਹੁੰਦੀ ਹੈ? ਸ਼ੁਰੂਆਤ ਮੁੰਦਰੀਆਂ ਤੋਂ ਹੋ ਜਾਂਦੀ, ਛੱਲਿਆਂ ਤੋਂ ਹੋ ਜਾਂਦੀ ਹੈ ਵੀ ਕਿੰਨੇ ਚਾਹੀਦੇ ਨੇ। ਸ਼ੁਰੂਆਤ ਲਿਸਟਾਂ ਤੋਂ ਹੋ ਜਾਂਦੀ ਵੀ ਗੱਡੀ ਕਿੰਨੇ ਲੱਖ ਵਾਲੀ ਹੋਣੀ ਚਾਹੀਦੀ ਹੈ, ਇਹ ਸਾਰਾ ਕੁਝ ਕਿੰਨਾ ਹੋਣਾ ਚਾਹੀਦਾ। ਤੇ ਜਿਸ ਮਕਾਨ ਦੀ ਨੀਂਹ ਵਿੱਚ ਕੂੜਾ ਪੈ ਜਾਏ, ਸਵਾਹ ਪਾ ਦੀ, ਉਹਦੇ ਸਿਰ ਦੇ ਉੱਤੇ ਮੁਨਾਰੇ ਕਿਵੇਂ ਖੜੇ ਰਹਿਣਗੇ? ਤਾਂ ਹੀ ਤੇ ਰਹਿੰਦੇ ਨਹੀਂ। ਜਿਸ ਪਿਆਰ ਵਿੱਚ, ਜਿਸ ਸੰਬੰਧ ਵਿੱਚ ਲੋਭ ਹੈ, ਉਹ ਨਾ ਸੰਸਾਰਕ ਨਿਭ ਸਕਦਾ, ਨਾ ਧਾਰਮਿਕ ਨਿਭ ਸਕਦਾ। ਜਿਸ ਸੰਬੰਧ ਦੇ ਵਿੱਚ ਸੰਤੋਖ ਹੈ, ਉਹ ਰੱਬ ਨਾਲ ਵੀ ਸਾਂਝ ਨੂੰ ਬਣਾ ਸਕਦਾ, ਉਹ ਸੰਸਾਰ ਨਾਲ ਵੀ ਸਾਂਝ ਪੈਦਾ ਕਰ ਸਕਦਾ। ਇਸ ਕਰਕੇ ਮੈਂ ਕਈ ਵਾਰੀ ਮੈਨੂੰ ਕੋਈ ਸੱਜਣਾ ਨੇ ਕਿਹਾ, ਉਹ ਕਹਿੰਦੇ ਸਮਾਜ ਦੀ ਵੀ ਥੋੜ੍ਹੀ ਜਿਹੀ ਗੱਲ ਕਰਿਆ ਕਰੋ, ਕਿਉਂਕਿ ਮੇਰੀ ਆਦਤ ਹੈ ਗੁਰਬਾਣੀ ਵਿੱਚ ਜ਼ਿਆਦਾ ਅਧਿਆਤਮ 'ਤੇ ਗੱਲ ਕੀਤੀ ਗਈ ਹੈ, ਨਾਮ 'ਤੇ, ਬੰਦੇ ਦੇ ਸੁਭਾਅ 'ਤੇ। ਜਿੰਨੀ ਗੁਰਬਾਣੀ ਹੈ ਸਾਰੀ ਰੱਬ ਦੇ ਪਿਆਰ ਔਰ ਬੰਦੇ ਦੇ ਸੁਭਾਅ ਦੀ ਵਿਆਖਿਆ ਕਰਦੀ, ਸਮਾਜ ਦੀ ਨਹੀਂ। ਸਮਾਜ ਦਾ ਇੱਕ ਦੋ ਸ਼ਬਦ ਹੋਵੇਗਾ ਗੁਰੂ ਗ੍ਰੰਥ ਸਾਹਿਬ ਵਿੱਚ, ਬਹੁਤ ਥੋੜ੍ਹਾ। ਇਸ ਲਈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੱਲੀ ਸਮਾਜਿਕ ਕਥਾ ਕਰਨੇ ਆ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲਦੇ ਸ਼ਬਦਾਂ ਦੇ ਨਾਲ ਮੇਲ ਜੋਲ ਨਹੀਂ ਹੁੰਦਾ ਉਹਦਾ, ਕਿਉਂਕਿ ਸ਼ਬਦ ਜਿਹੜੇ ਨੇ ਉਹ ਦੋ ਚੀਜ਼ਾਂ ਦੀ ਵਿਆਖਿਆ ਕਰ ਰਹੇ ਨੇ, ਨਾਮ ਦੀ ਤੇ ਬੰਦੇ ਦੇ ਸੁਭਾਅ ਦੀ। ਤੀਜੀ ਗੱਲ ਬਹੁਤ ਘੱਟ ਹੈ। ਪਰ ਜਦੋਂ ਸਾਡਾ ਸਾਰਾ ਵਿਖਿਆਨ ਸਮਾਜ ਦਾ ਹੀ ਹੈ, ਬਾਹਰਲੀ ਮਰਿਆਦਾ ਨਾਲ ਹੀ ਜੁੜਿਆ ਹੋਇਆ ਹੈ, ਉਹਦਾ ਤਾਲਮੇਲ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਬਹਿੰਦਾ। ਇਸ ਕਰਕੇ ਉਹ ਚੀਜ਼ਾਂ ਸੁੱਕੀਆਂ ਜੀਆਂ ਰਹਿ ਜਾਂਦੀਆਂ, ਬੇਰਸ ਜੀਆਂ ਹੋ ਜਾਂਦੀਆਂ, ਤਾਲਮੇਲ ਨਹੀਂ ਬਣਦਾ। ਤਾਂ ਮੈਂ ਬੇਨਤੀ ਜਿਹੜੀ ਕਰ ਰਿਹਾ ਸੀ, ਇਹ ਵਿਆਖਿਆ ਤਾਂ ਕੀਤੀ ਜਾਂਦੀ, ਬੰਦੇ ਦੇ ਸੁਭਾਅ ਦੀ ਵਿਆਖਿਆ ਤੇ ਰੱਬ ਨੂੰ ਪਿਆਰ ਕਰਨ ਦੀ ਵਿਆਖਿਆ। ਜੇ ਇਹ ਦੋ ਚੀਜ਼ਾਂ ਬੰਦੇ ਵਿੱਚ ਆ ਗਈਆਂ, ਸਮਾਜਿਕ ਸੰਬੰਧ ਆਪੇ ਹੀ ਸ਼ੁੱਧ ਹੋ ਜਾਣਗੇ, ਕਰਨਾ ਪੈਣੇ ਨਹੀਂ ਉਹਨਾਂ ਨੂੰ। ਜਿਹਦੇ ਅੰਦਰ ਨਾਮ ਵਸ ਗਿਆ ਔਰ ਰੱਬ ਦਾ ਪਿਆਰ ਤੇ ਇਮਾਨਦਾਰੀ ਆ ਗਈ ਤੇ ਸੰਤੋਖ ਆ ਗਿਆ,
ਸੰਤੋਖ ਆ ਗਿਆ ਤੇ ਸਮਾਜ ਆਪੇ ਹੀ ਸ਼ੁੱਧ ਹੋ ਗਿਆ। ਗੁਰੂ ਸਾਹਿਬ ਨੇ ਕਿਹਾ ਨਾ ਕਿ ਦਇਆ ਆ ਗਈ ਤੇ ਸੰਤੋਖ ਆ ਗਿਆ, ਜਤ ਆ ਗਿਆ, ਸਤ ਆ ਗਿਆ। ਇਹ ਸਾਰੇ ਗੁਣ ਨਾਮ ਵਿੱਚੋਂ ਆਉਂਦੇ ਨੇ ਤੇ ਜਦੋਂ ਨਾਮ ਅੰਦਰ ਵਸ ਗਿਆ, ਇਹ ਗੁਣ ਅੰਦਰ ਆ ਗਏ, ਬੰਦਾ ਸੰਤੋਖੀ ਹੋ ਗਿਆ। ਤੇ ਫਿਰ ਕਿਵੇਂ ਸੰਸਾਰ ਦੇ ਵਿੱਚ ਬੰਦਾ ਜਿਹੜੀਆਂ ਚੀਜ਼ਾਂ ਵੇਚਦਾ ਉਹਦੇ ਵਿੱਚ ਮਿਲਾਵਟ ਕਿਵੇਂ ਕਰੇਗਾ? ਆਪੇ ਸਮਾਜ ਸ਼ੁੱਧ ਹੋ ਗਿਆ। ਦੁੱਧ ਵਿੱਚ ਪਾਣੀ ਕਿਵੇਂ ਪਾਏਗਾ? ਕਿਉਂਕਿ ਸੰਤੋਖੀ ਹੋ ਗਿਆ। ਕਿਵੇਂ ਪਾਣੀ ਪਾਏਗਾ ਦੁੱਧ ਵਿੱਚ? ਉਹਨੂੰ ਸਮਝਾਉਣ ਦੀ ਲੋੜ ਹੀ ਨਹੀਂ ਹੈ। ਕਿਵੇਂ ਉਹ ਹਰ ਇੱਕ ਚੀਜ਼ ਵਿੱਚ ਜ਼ਹਿਰ ਮਿਲਾਏਗਾ? ਕਿਉਂਕਿ ਸੰਤੋਖ ਅੰਦਰ ਆ ਗਿਆ ਨਾਮ ਦੁਆਰਾ। ਕਿਵੇਂ ਉਹ ਦਾਜ ਦਹੇਜ ਮੰਗੇਗਾ? ਸੰਤੋਖੀ ਹੋ ਗਿਆ। ਕਿਵੇਂ ਉਹ ਸ਼ਰਾਬ ਦੇ ਠੇਕੇ ਵੱਲ ਜਾਏਗਾ? ਕਿਉਂਕਿ ਉਹਨੂੰ ਅੰਦਰੋਂ ਸੰਤੋਖ ਆ ਗਿਆ। ਕਿਵੇਂ ਉਹ ਵਿਆਹਾਂ ਸ਼ਾਦੀਆਂ ਦੇ ਵਿੱਚ ਬੇਤਰਤੀਬ ਕੰਮ ਕਰੇਗਾ? ਇਸ ਲਈ ਜਦੋਂ ਬੰਦਾ ਧਾਰਮਿਕ ਹੋਏਗਾ ਉਦੋਂ ਹੀ ਸੰਤੋਖੀ ਹੋਏਗਾ, ਤੇ ਜਦੋਂ ਸੰਤੋਖੀ ਹੋਵੇਗਾ ਉਦੋਂ ਹੀ ਸਮਾਜ ਵਿੱਚ ਸੰਬੰਧ ਸੁਧਰਨਗੇ। ਨਹੀਂ ਤੇ ਕੋਈ ਸਮਾਜ ਸੇਵਕ, ਕੋਈ ਸਮਾਜ ਸੁਧਾਰਕ ਕਦੀ ਸਮਾਜ ਨੂੰ ਸੁਧਾਰੇਗਾ ਨਹੀਂ। ਬੜੀਆਂ ਸੰਸਥਾਵਾਂ ਨੇ, ਬੜੇ ਯਤਨ ਹੋ ਰਹੇ ਨੇ, ਬੜੇ ਬੰਦੇਜ ਵੱਜਦੇ ਨੇ, ਤੇ ਬੰਦੇਜ ਬੰਧਨ ਵਾਲੇ ਆਪ ਅਗਲੇ ਦਿਨ ਉਹ ਕੰਮ ਕਰ ਰਹੇ ਹੁੰਦੇ ਨੇ। ਇਹ ਕਿਉਂ ਹੁੰਦਾ ਹੈ? ਕਿਉਂਕਿ ਜੜ ਸਾਡੀ ਹੈ ਨਹੀਂ। ਜੜ ਸੀ ਨਾਮ, ਭਜਨ ਬੰਦਗੀ, ਸਿਮਰਨ ਕਰਨਾ, ਪਰਉਪਕਾਰ ਕਰਨਾ। ਤੇ ਜਦੋਂ ਬੇਸ ਹੀ ਕੋਈ ਨਹੀਂ, ਇਹ ਕੀ ਕਰਨਗੀਆਂ? ਬਾਹਰਲੀਆਂ ਮਰਿਆਦਾ ਕੁਝ ਨਹੀਂ ਕਰਨਗੀਆਂ। ਉਹ ਮਰਿਆਦਾ ਨਾਮ ਦੇ ਵਿੱਚੋਂ ਨਿਕਲੀਆਂ ਨੇ। ਪਹਿਲਾਂ ਨਾਮ, ਬਾਅਦ ਵਿੱਚ ਬਾਹਰਲੀ ਮਰਿਆਦਾ ਪਰਪੱਕ ਹੋ ਜਾਂਦੀ ਹੈ। ਕੁਝ ਨਾ ਕੁਝ ਅੰਦਰ ਹੋਣਾ ਚਾਹੀਦਾ। ਇਸ ਕਰਕੇ ਜਿਹੜੀ ਖਾਲਸੇ ਨੂੰ ਮਰਿਆਦਾ ਦਿੱਤੀ ਗਈ ਹੈ, ਉਹ ਬੜੀ ਬਾਅਦ ਵਿੱਚ ਆ ਕੇ ਦਿੱਤੀ ਗੁਰੂ ਨੇ। ਪਹਿਲਾਂ 9 ਸਰੀਰਾਂ ਦੇ ਵਿੱਚ ਉਸ ਚੀਜ਼ ਨੂੰ ਤਿਆਰ ਕਰਦੇ ਰਹੇ ਤੇ ਬਾਅਦ ਵਿੱਚ ਮੋਹਰ ਲਾ ਦਿੱਤੀ। ਤਾਂ ਇਹ ਇੱਕ ਚੱਕਰ ਵਰਗਾ ਹੈ। ਸਤਿਗੁਰੂ ਕਿਰਪਾ ਕਰ ਰਹੇ ਨੇ, ਕਲਗੀਧਰ ਪਾਤਸ਼ਾਹ। ਸੰਸਾਰ ਇੱਕ ਚੱਕਰ ਵਾਂਗ ਫਿਰ ਰਿਹਾ ਹੈ। ਔਰ ਇਹਨਾਂ ਸ਼ਬਦਾਂ ਦੇ ਵਿੱਚ ਜੋ ਕਿ ਕੱਲ੍ਹ ਦਾ ਚਾਚਰੀ ਛੰਦ ਬਚਿਆ ਸੀ, ਤਵ ਪ੍ਰਸਾਦ, ਉਹਦੀ ਕਿਰਪਾ ਦੁਆਰਾ ਉਚਾਰਨ ਕੀਤਾ ਹੈ। ਕਲਗੀਧਰ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਇਹਦੇ ਵਿੱਚ ਬਿਆਨ ਕਰ ਰਹੇ ਨੇ। ਪਹਿਲਾ ਸ਼ਬਦ ਹੈ ਗੋਬਿੰਦੇ। ਇਹ ਇੱਕ ਇੱਕ ਅਛਰੀ ਹੈ, ਇੱਕ ਇੱਕ ਅੱਖਰ ਹੈ ਇਸ ਸ਼ੰਤ ਦੇ ਅੰਦਰ। ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ ਤੂੰ ਗੋਬਿੰਦੇ ਹੈ। ਗੋਬਿੰਦੇ ਦਾ ਮਤਲਬ, ਗੋ ਦਾ ਅਰਥ ਹੈ ਧਰਤੀ, ਬਿੰਦ ਦਾ ਮਤਲਬ ਹੈ ਜਾਣਨਾ, ਬਿੰਦਣਾ, ਜਾਣਨਾ। ਜਿਵੇਂ ਤੁਸੀਂ ਹੁਕਮਨਾਮਾ ਇੱਕ ਸਰਵਣ ਕਰਦੇ ਹੋ, ਬ੍ਰਹਮ ਬਿੰਦਾ ਹੈ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ। ਬਿੰਦਣ ਦਾ ਮਤਲਬ ਹੁੰਦਾ ਜਾਣਨਾ। ਜਿਹੜਾ ਮਨੁੱਖ ਬ੍ਰਹਮ ਨੂੰ ਜਾਣਦਾ ਹੈ, ਜਾਣਨ ਦਾ ਮਤਲਬ ਇੱਥੇ ਪੂਰੀ ਜਾਣਕਾਰੀ ਹਾਸਲ ਨਹੀਂ। ਜਾਣਨ ਦਾ ਮਤਲਬ ਉਹਦੇ ਪ੍ਰਤੀ ਅਵੇਅਰਨੈਸ ਹੋ ਜਾਂਦਾ ਹੈ, ਉਸ ਨੂੰ ਸਮਝ ਲੈਂਦਾ ਕਿ ਉਹ ਮੇਰੇ ਕੋਲ ਹੈ। ਜਾਣਨਾ 2 ਪ੍ਰਕਾਰ ਦਾ ਹੈ। ਗਿਆਨ 2 ਤਰ੍ਹਾਂ ਦਾ। ਇੱਕ ਗਿਆਨ ਇਹ ਵੀ ਮੈਂ ਇਸ ਚੀਜ਼ ਨੂੰ ਸਾਰੀ ਨੂੰ ਜਾਣ ਲਿਆ। ਇੱਕ ਇਹ ਗਿਆਨ ਵੀ ਇਹ ਚੀਜ਼ ਇੱਥੇ ਹੈ ਮੇਰੇ ਕੋਲ। ਤਾਂ ਜਿਹੜਾ ਗੁਰਮਤਿ ਵਿੱਚ ਗਿਆਨ ਤੇ ਜਾਣਨਾ, ਪ੍ਰਤੀਤ ਕਰਨਾ, ਸਮਝਣਾ ਹੈ, ਉਹਦਾ ਮਤਲਬ ਰੱਬ ਨੂੰ ਤੇ ਗੁਰੂ ਨੂੰ ਪੂਰਾ ਜਾਣਨਾ ਨਹੀਂ ਹੁੰਦਾ। ਉਹਦਾ ਮਤਲਬ ਹੁੰਦਾ ਹੈ ਰੱਬ ਬਾਰੇ ਜਾਣ ਲੈਣਾ ਕਿ ਉਹ ਇੱਥੇ ਹੈ, ਉਹਦੇ ਨਾਲ ਜੁੜ ਜਾਣਾ। ਇਸ ਲਈ ਉਹ ਗੋਬਿੰਦੇ ਹੈ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਤੂੰ ਸਾਰੀ ਧਰਤੀ ਦੇ ਜੀਵਾਂ ਨੂੰ ਅੰਦਰੋਂ ਜਾਣਦਾ ਹੈ। ਇਸ ਕਰਕੇ ਉਹਨਾਂ ਦੀ ਬਾਹਰਲੀ ਪ੍ਰਾਰਥਨਾ, ਬਾਹਰਲੀ ਪ੍ਰੇਅਰ ਤੇ ਅਰਦਾਸ ਇੰਨੀ ਜਲਦੀ ਕੰਮ ਨਹੀਂ ਆਉਂਦੀ। ਬੜੇ ਸਾਲਾਂ ਤੋਂ ਲੋਕ ਕਰ ਰਹੇ, ਬੜੇ ਸਾਲਾਂ ਤੋਂ ਲੋਕ ਗਾ ਰਹੇ ਨੇ, ਬੜੇ ਸਾਲਾਂ ਤੋਂ ਲੋਕ ਬੋਲ ਰਹੇ ਨੇ, ਪਰ ਇਹਨਾਂ ਬੋਲਣਾ, ਕਹਿਣਾ, ਗਾਉਣਾ, ਸੁਣਨਾ ਥਾਂ ਨਹੀਂ ਪੈਂਦਾ। ਕਾਰਨ ਕੀ ਹੈ? ਕਿਉਂਕਿ ਉਹਨਾਂ ਦੇ ਸ਼ਬਦਾਂ ਦੀ ਡੂੰਘਾਈ ਨੂੰ ਤੂੰ ਜਾਣਨਾ ਵੀ ਉਹ ਸ਼ਬਦ ਕਿੱਥੋਂ ਆ ਰਹੇ ਨੇ। ਇੱਥੋਂ ਦਿਮਾਗ ਵਿੱਚੋਂ ਆ ਰਹੇ ਨੇ ਜਾਂ ਹਿਰਦੇ ਵਿੱਚੋਂ ਆ ਰਹੇ ਨੇ। ਉਹ ਸ਼ਬਦ ਉਹਨਾਂ ਦੇ ਆਪਣੇ ਵਿੱਚੋਂ ਆ ਰਹੇ ਨੇ ਜਾਂ ਉਹਨਾਂ ਬਾਹਰੋਂ ਕਿਤੇ ਖਿੱਚੇ ਨੇ ਤੇ ਬਾਹਰ ਹੀ ਸੁੱਟੀ ਜਾ ਰਹੇ ਨੇ। ਇਹ ਬਹੁਤ ਫਰਕ ਹੈ।
ਸ਼ਬਦ ਦੋ ਤਰ੍ਹਾਂ ਦਾ ਹੈ। ਇੱਕ ਬਾਹਰੋਂ ਲਿਆ ਤੇ ਬਾਹਰ ਹੀ ਸਿੱਟ ਦਿੱਤਾ। ਬਹੁਤਾ ਗਿਆਨ ਸਾਡਾ ਇਹੀ ਹੈ। ਹੁਣ ਬਾਹਰੋਂ ਇਕੱਠਾ ਕੀਤਾ ਤੇ ਉੱਥੋਂ ਹੀ ਵੰਡ ਦਿੱਤਾ। ਜਿਵੇਂ ਇੱਕ ਵਪਾਰੀ ਕੀ ਕਰਦਾ ਹੈ, ਵਪਾਰੀ ਇੱਕ ਥਾਂ ਤੋਂ ਕੱਪੜਾ ਖਰੀਦਦਾ ਤੇ ਉਸ ਕੱਪੜੇ ਨੂੰ ਪਹਿਨਣ ਦਾ ਥੋੜ੍ਹੀ ਹੈ। ਉਸ ਕੱਪੜੇ ਨੂੰ ਉੱਥੋਂ ਖਰੀਦ ਕੇ ਦੂਜੇ ਸ਼ਹਿਰ ਵਿੱਚ ਸਿੱਧਾ ਸਿੱਟ ਦਿੰਦਾ। ਉੱਥੇ 4 ਪੈਸੇ ਮਹਿੰਗਾ ਵਿਕ ਜਾਂਦਾ ਤਾਂ ਵਪਾਰੀ ਹੋ ਜਾਂਦਾ। ਤਾਂ ਅਸੀਂ ਵੀ ਸ਼ਾਇਦ ਥੋੜ੍ਹਾ ਜਿਹਾ ਗਿਆਨ ਵੀ ਇਸੇ ਤਰ੍ਹਾਂ ਹੀ ਕਰ ਰਹੇ ਹਾਂ ਵੀ ਇੱਕ ਦੁਕਾਨ ਤੋਂ ਗਿਆਨ ਖਰੀਦਿਆ ਤਾਂ ਦੂਸਰੀ ਦੁਕਾਨ 'ਤੇ ਵੇਚ ਦਿੱਤਾ ਇਕੱਠਾ ਕਰਕੇ। ਇਹ ਗਿਆਨ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਜਿਉ ਬਸਤਾ ਫਿਰਤਾ। ਜੇ ਕੋਈ ਮਨੁੱਖ ਸੋਚੇ ਕਿ ਮੈਂ ਕੁਝ ਗਿਆਨ ਪੜ੍ਹ ਲਿਖ ਕੇ ਸਿੱਖ ਲਿਆ, ਸਿਰਫ ਉਹਨੂੰ ਮੂੰਹ ਦੁਆਰਾ ਅੱਖਾਂ ਦੁਆਰਾ ਪੜ੍ਹਿਆ, ਧਿਆਨ ਦੁਆਰਾ ਉਹਨੂੰ ਯਾਦ ਕੀਤਾ, ਯਾਦ ਕਰਕੇ ਰਸਨਾ ਦੁਆਰਾ ਉਹਨੂੰ ਬੋਲ ਦਿੱਤਾ, ਪਰ ਜਿਹੜੀ ਅੰਦਰਲੀ ਡੂੰਘੀ ਸਾਡੀ ਆਪਣਾ ਮਨ ਹੈ, ਅੰਦਰ ਹਿਰਦਾ ਜਿਹਨੂੰ ਕਹਿੰਦੇ ਨੇ, ਉਹਦੇ ਤੱਕ ਉਹਨਾਂ ਵਿੱਚੋਂ ਇੱਕ ਵੀ ਸ਼ਬਦ ਨਹੀਂ ਗਿਆ। ਉਹਨੂੰ ਅਸੀਂ ਬਿਲਕੁਲ ਬਚਾ ਕੇ ਰੱਖ ਲਿਆ। ਜਿਵੇਂ ਬਾਰਿਸ਼ ਆ ਜਾਏ ਨਾ, ਕੱਪੜੇ ਬੰਦਾ ਅੰਦਰ ਲੁਕੋ ਲੈਂਦਾ ਵੀ ਇੱਕ ਛਿੱਟ ਨਾ ਪੈ ਜਾਏ, ਕਿਤੇ ਭਿੱਜ ਨਾ ਜਾਏ। ਤਾਂ ਬਹੁਤੀ ਵਾਰੀ ਜਿਹੜਾ ਗਿਆਨ ਵੀ ਅਸੀਂ ਧਰਮ ਵਿੱਚੋਂ ਲੈਂਦੇ, ਸੁਣਦੇ, ਪੜ੍ਹਦੇ ਹਾਂ, ਉਹਦੀ ਬਾਰਿਸ਼ ਤੇ ਪੈਂਦੀ ਹੈ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਉਹ ਤੇ ਬਾਰਿਸ਼ ਬਣ ਕੇ ਵਸਦਾ ਬਾਣੀ ਦਾ ਗਿਆਨ ਜਿਹੜਾ। ਪਰ ਜਦੋਂ ਹੀ ਬਾਰਿਸ਼ ਗਿਆਨ ਦੀ ਪੈਂਦੀ ਹੈ, ਕੀਰਤਨ ਅਸੀਂ ਕਰਨੇ ਹਾਂ, ਕੀਰਤਨ ਸੁਣਦੇ ਹਾਂ, ਕਥਾ ਕਰਨੇ ਹਾਂ, ਕਥਾ ਸੁਣਦੇ ਹਾਂ, ਤਾਂ ਇੱਕ ਮੀਂਹ ਵਾਂਗੂ ਪੈਂਦੀ ਹੈ। ਉਦੋਂ ਅਸੀਂ ਆਪਣੇ ਡੂੰਘੇ ਮਨ ਨੂੰ ਬਚਾ ਕੇ ਅੰਦਰ ਲੁਕਾ ਲੈਂਦੇ ਹਾਂ ਵੀ ਇਸ ਮੀਂਹ ਦੀ ਕਣੀ ਕਿਤੇ ਸਾਡੇ ਉੱਤੇ ਨਾ ਪੈ ਜਾਏ। ਜੇ ਪੈ ਗਏ ਤਾਂ ਭਿੱਜ ਜਾਵਾਂਗੇ। ਆਪਣੇ ਆਪ ਨੂੰ ਭਿੱਜਣ ਨਹੀਂ ਦਿੰਦੇ ਅਸੀਂ। ਤਾਂ ਉਹ ਮੀਂਹ ਆਸੇ ਪਾਸੇ ਖਿਲਰ ਜਾਂਦਾ ਹੈ, ਅਸੀਂ ਉਹਦੇ ਵਿੱਚ ਨਹਾ ਨਹੀਂ ਸਕਦੇ, ਨਾ ਸਾਡੀ ਮੈਲ ਲੈ ਸਕਦੀ। ਤਾਂ ਜਿਹੜਾ ਇਹ ਕਿੱਤਾ ਹੈ ਨਾ, ਜਿਹੜਾ ਇਹ ਵਪਾਰ ਹੈ, ਖਿਆਲ ਰੱਖਣਾ, ਸਿੱਖੀ ਕਲਾ ਨਹੀਂ ਹੈ ਇਕੱਲੀ। ਕਲਾ ਜਿਹੜੀ ਹੈ ਧਰਮ ਤੇ ਬੋਝ ਬਣ ਜਾਂਦੀ ਹੈ, ਧਰਮ ਨਾਸਤਿਕ ਹੋ ਜਾਂਦੇ ਨੇ। ਜੇ ਧਾਰਮਿਕ ਬੰਦੇ ਸਿਰਫ ਕਲਾਵਾਨ ਰਹਿ ਜਾਣ, ਕਲਾ ਉਹਨਾਂ ਦੀ ਜ਼ਿੰਦਗੀ ਬਣ ਜਾ, ਧਰਮ ਨਾ ਰਵੇ, ਉਹ ਧਰਮ ਦਾ ਇੰਨਾ ਵੱਡਾ ਨੁਕਸਾਨ ਕਰਦੇ ਨੇ ਜਿੰਨਾ ਬਾਹਰਲੇ ਮਾਇਆਧਾਰੀ ਨਹੀਂ ਕਰ ਸਕਦੇ। ਉਹ ਬਹੁਤ ਵੱਡਾ ਨੁਕਸਾਨ ਕਰ ਜਾਂਦੇ ਨੇ। ਤਾਂ ਇਹ ਤਾਂ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਗਿਆਨ ਹੈ, ਜਿਵੇਂ ਕੋਈ ਬੰਦਾ ਇੱਕ ਥਾਂ ਤੋਂ ਕੱਪੜਾ ਖਰੀਦਦਾ ਤੇ ਦੂਜੇ ਥਾਂ ਤੇ ਵੇਚ ਦਿੰਦਾ, ਤਾਂ ਉਹਦਾ ਆਪਣੇ ਉਸ ਸਰੀਰ ਤੇ ਉਸ ਕੱਪੜੇ ਨੂੰ ਨਹੀਂ ਹੰਡਾਇਆ। ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਜਿਉ ਬਸਤਾ ਫਿਰਤਾ। ਗੁਰੂ ਸਾਹਿਬ ਸਾਡੇ ਇਸ ਭਰਮ ਨੂੰ ਤੋੜ ਰਹੇ ਨੇ ਵੀ ਇਹਨੂੰ ਹੀ ਕਿਤੇ ਤੂੰ ਕੇਵਲ ਰੱਖ ਲੈ, ਆਪਣੇ ਆਪ ਨੂੰ ਵੀ ਉਹ ਵਿੱਚ ਲਿਆ, ਤੂੰ ਆਪਣੇ ਹਿਰਦੇ ਨੂੰ ਵੀ ਵਿੱਚ ਸ਼ਾਮਲ ਕਰ। ਕਿਤੇ ਤੂੰ ਇੱਕ ਥਾਂ ਤੋਂ ਸਿੱਖਿਆ, ਦੂਜੇ ਥਾਂ ਤੇ ਸੁਣਾ ਦਿੱਤਾ, ਆਪ ਤੇ ਉਸ ਤਰ੍ਹਾਂ ਹੀ ਰਹਿ ਗਏ, ਆਪ ਤੇ ਉਹਨੂੰ ਪਹਿਨੇ ਹੀ ਨਹੀਂ, ਹੰਡਾਇਆ ਹੀ ਨਹੀਂ ਉਸ ਕੱਪੜੇ ਨੂੰ। ਉਹ ਤਾਂ ਇਸ ਤਰ੍ਹਾਂ ਦਾ ਹੋ ਜਾਏਗਾ ਵੀ ਜਿਵੇਂ ਇੱਕ ਥਾਂ ਤੇ ਕੋਈ ਘਟਨਾ ਵਾਪਰੀ ਤਾਂ ਇੱਕ ਡਿਊਟੀ ਹੈ, ਇੱਕ ਸੱਜਣ ਦੀ, ਉਹ ਪੱਤਰਕਾਰ ਹੈ, ਤਾਂ ਉੱਥੋਂ ਸਾਰੀ ਖਬਰ ਉਹਨੇ ਇਕੱਠੀ ਕਰਨੀ ਹੈ ਤੇ ਅਖਬਾਰ ਨੂੰ ਦੇਣੀ ਹੈ ਤੇ ਪੈਸੇ ਲੈਣੇ ਨੇ। ਉਹ ਇਕੱਠੀ ਕਰੇਗਾ, ਉਹ ਖਬਰ ਦੇਵੇਗਾ, ਮਾਇਆ ਮਿਲ ਗਈ, ਗੱਲ ਖਤਮ ਹੋ ਗਈ। ਤਾਂ ਸਿੱਖੀ ਦਾ ਮਤਲਬ ਸਿਰਫ ਇੱਥੋਂ ਤੱਕ ਨਹੀਂ ਕਿ ਅਸੀਂ 5 ਸਾਲ ਲਾਏ, ਕੀਰਤਨ ਆ ਗਿਆ, ਕਥਾ ਆ ਗਈ, ਫਿਰ ਉਹ ਕਿਤੇ ਜਾ ਕੇ ਉਹਦੇ ਬਦਲੇ ਵਿੱਚ ਪੈਸੇ ਮੰਗ ਲੈ ਵੀ ਇੰਨੇ ਦਿਓ। ਉਹ ਮਾਇਆ ਲਈ ਅਸੀਂ ਸੋਚਿਆ ਬਸ ਅਸੀਂ ਹੋ ਗਏ ਕਥਾਵਾਚਕ ਤੇ ਕੀਰਤਨ ਹੀ ਇੰਨਾ ਹੀ। ਇਹ ਤਾਂ ਉਹ ਪੱਤਰਕਾਰੀ ਤੱਕ ਹੀ ਸੀਮਤ ਰਹਿ ਗਈ ਗੱਲ। ਹਜ਼ੂਰ ਨੇ ਕਿਹਾ ਵੀ ਇਹ ਵੀ ਕਰ, ਇਹ ਕਰਮ ਬਹੁਤ ਉੱਚਾ ਹੈ, ਛੋਟਾ ਨਹੀਂ, ਬੜੀ ਵੱਡੀ ਸੇਵਾ ਹੈ, ਇਹਦੇ ਵਰਗੀ ਸੇਵਾ ਹੋਰ ਕੋਈ ਨਹੀਂ। ਪਰ ਇਹ ਸੇਵਾ ਤਾਂ ਪ੍ਰਵਾਨ ਹੈ, ਸਤਿਗੁਰੂ ਨੇ ਕਿਹਾ ਵੀ ਜਿਸ ਕੱਪੜੇ ਨੂੰ ਤੂੰ ਖਰੀਦ ਲਿਆ
ਜਿਸ ਚਾਦਰ ਨੂੰ ਖਰੀਦ ਰਿਹਾ ਸੱਜਣਾ ਕਦੀ ਆਪ ਵੀ ਬੁੱਕਲ ਮਾਰ ਕੇ ਵੇਖ, ਇਹਦੇ ਵਿੱਚ ਨਿੱਘ ਕਿੰਨਾ ਕੁ ਹੈ। ਜਿਸ ਬਾਣੀ ਨੂੰ ਤੂੰ ਪੜ੍ਹ ਕੇ ਦੂਜਿਆਂ ਨੂੰ ਸੁਣਾਉਣ ਦਾ ਯਤਨ ਕਰ ਰਿਹਾ, ਇਸ ਬਾਣੀ ਵਿੱਚ ਕਦੀ ਆਪ ਵੀ ਬੁੱਕਲ ਮਾਰ ਕੇ ਵੇਖ, ਇਹਦੇ ਵਿੱਚ ਕੀ ਹੈ। ਕਿਤੇ ਅਗਾ ਇਹਨਾਂ ਚਾਦਰਾਂ ਵੰਡਦਾ ਨਹੀਂ, ਕਿਤੇ ਅਗਾ ਇਹਨਾਂ ਖਬਰਾਂ ਦਿੰਦਾ ਨਹੀਂ ਇਕੱਠੀਆਂ ਕਰਕੇ। ਇਹਦੀ ਬੜੀ ਜ਼ਰੂਰਤ ਹੈ, ਨਹੀਂ ਤਾਂ ਅਸੀਂ ਗਲਤ ਰਾਹਾਂ 'ਤੇ ਭਟਕ ਜਾਵਾਂਗੇ। ਤਾਂ ਬੇਨਤੀ ਸਾਂਝੀ ਕਰ ਰਿਹਾ ਸਾਂ, ਗੋਬਿੰਦੇ ਦਾ ਮਤਲਬ ਹੈ ਅਕਾਲ ਪੁਰਖ ਦੇ ਪ੍ਰਤੀ ਹੋਸ਼ ਵਿੱਚ ਆਉਣਾ, ਗਿਆਨ ਖੰਡ ਵਿੱਚ ਆ ਜਾਣਾ, ਅਵੇਅਰਨੈਸ, ਹੋਸ਼ ਵਿੱਚ ਆਉਣਾ ਕਿ ਉਹ ਇੱਥੇ ਹੈ, ਉਹਦੀ ਹਜ਼ੂਰੀ ਨੂੰ ਮੰਨਣਾ। ਇਹਨੂੰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਗੁਣ ਹੈ। ਸਤਿਗੁਰੂ ਕਹਿੰਦੇ ਗੋਬਿੰਦ ਧਰਤੀ ਦੀ ਹਰ ਇੱਕ ਪਰਿਸਥਿਤੀ ਨੂੰ ਜਾਣਨ ਵਾਲਾ ਗੋਬਿੰਦ ਹੈ, ਉਸ ਨੂੰ ਨਮਸਕਾਰ ਕਰਦੇ। ਫਿਰ ਕਹਿੰਦੇ ਮੁਕੰਦੇ ਦਾ ਮਤਲਬ ਹੈ ਜਿਹੜੇ ਤੈਨੂੰ ਲੋਕ ਪਿਆਰ ਕਰਦੇ ਉਹਨਾਂ ਨੂੰ ਤੂੰ ਮੁਕਤੀ ਦੇ ਦੇਣਾ, ਉਹਨਾਂ ਨੂੰ ਮੁਕਤ ਕਰ ਦੇਣਾ, ਉਹ ਸੰਸਾਰ ਦੇ ਬੰਧਨਾਂ ਤੋਂ ਛੁੱਟ ਜਾਂਦੇ ਨੇ। ਉਦਾਰੇ ਖੁੱਲੇ ਦਿਲ ਵਾਲਾ ਹੈ, ਅਪਾਰੇ ਤੇਰਾ ਅੰਤ ਨਹੀਂ ਹੈ। ਫਿਰ ਕਹਿੰਦੇ ਹਰਿਯੰਗ ਦਾ ਮਤਲਬ ਹੈ ਹਰ ਲੈਣ ਵਾਲਾ, ਖੋਹ ਲੈਣ ਵਾਲਾ, ਖਤਮ ਕਰ ਦੇਣ ਵਾਲਾ। ਉਹ ਸੰਸਾਰ ਨੂੰ ਖਤਮ ਕਰਨ ਵਾਲਾ ਵੀ ਹੈ। ਉਹ ਸੰਸਾਰ ਦੇ ਅੰਦਰ ਜਿਹੜੇ ਲੋਕ ਉਹਦੀ ਸ਼ਰਨ ਵਿੱਚ ਪੈਂਦੇ ਨੇ ਉਹਨਾਂ ਦੇ ਪਾਪਾਂ ਅਤੇ ਦੁੱਖਾਂ ਨੂੰ ਹਰਿਯੰਗ ਖਤਮ ਕਰ ਦਿੰਦਾ ਹੈ, ਚੋਰੀ ਕਰ ਲੈਂਦਾ ਹੈ, ਨਸ਼ਟ ਕਰ ਦਿੰਦਾ ਹੈ। ਕਰਿਯੰਗ ਕਰਤਾ ਹੈ, ਸੰਸਾਰ ਨੂੰ ਬਣਾਉਣ ਵਾਲਾ ਹੈ, ਸੰਸਾਰ ਦਾ ਸਿਰਜਣਹਾਰ ਹੈ। ਫਿਰ ਸਾਹਿਬ ਕਹਿੰਦੇ ਨਿਰਨਾਮੇ, ਉਹਦਾ ਕੋਈ ਇੱਕ ਵਿਸ਼ੇਸ਼ ਨਾਮ ਨਹੀਂ ਹੈ, ਭਾਵੇਂ ਕਿ ਨਾਮ ਦੁਆਰਾ ਹੀ ਉਹਨੂੰ ਚੇਤੇ ਕੀਤਾ ਜਾ ਸਕਦਾ, ਪਰ ਉਹ ਇੱਕ ਇਸ ਤਰ੍ਹਾਂ ਦੀ ਹਸਤੀ ਹੈ ਜਿਹੜੀ ਨਾਮ ਤੋਂ ਪਾਰ ਹੈ। ਨਾਮ ਸਿਰਫ ਉਹਦੇ ਦਰ ਤੱਕ ਲੈ ਕੇ ਜਾਂਦਾ ਹੈ, ਉਹਦੇ ਤੋਂ ਅੱਗੇ ਨਹੀਂ। ਉਹਦੇ ਤੋਂ ਅੱਗੇ ਉਹ ਅਨਾਮ ਹੈ, ਉੱਥੇ ਕੋਈ ਅੱਖਰ ਕੰਮ ਨਹੀਂ ਦੇ ਸਕਦਾ, ਨਾਮ ਤੋਂ ਰਹਿਤ ਹੈ। ਤਾਂ ਸਤਿਗੁਰੂ ਕਹਿੰਦੇ ਨਿਰਨਾਮੇ, ਇਹਨੂੰ ਗੁਰੂ ਸਾਹਿਬ ਨੇ ਕਿਹਾ ਸਤਨਾਮ ਤੇਰਾ ਪਰਾ ਪੁਰਬਲਾ। ਤੇਰਾ ਜਿਹੜਾ ਨਾਮ ਹੈ ਉਹ ਸਤ ਹੈ, ਸਤਨਾਮ ਉਹਦਾ ਨਾਮ ਨਹੀਂ। ਇਹ ਸ਼ਬਦ ਇਕੱਠਾ ਪੜ੍ਹਿਆ ਜਾਂਦਾ ਹੈ, ਸਤਨਾਮ ਤੇਰਾ ਪਰਾ ਪੁਰਬਲਾ। ਉਹ ਕੋਈ ਇਸ ਤਰ੍ਹਾਂ ਦਾ ਨਾਮ ਨਹੀਂ ਜਿਵੇਂ ਆਪਾਂ ਸਤਨਾਮ ਸਿੰਘ ਇਕੱਠਾ ਕਹਿ ਦਿੰਦੇ ਵੀ ਇਹ ਸਤਨਾਮ ਹੈ, ਨਹੀਂ। ਸਤ ਵੱਖਰਾ ਹੈ, ਨਾਮ ਵੱਖਰਾ ਹੈ। ਸਤ ਦੇ ਅਰਥ ਨੇ ਉਹ ਨਾਮ ਜਿਹੜਾ ਉਦੋਂ ਵੀ ਕਾਇਮ ਰਹਿੰਦਾ ਜਦੋਂ ਜਪਣ ਵਾਲੇ ਵੀ ਨਹੀਂ ਰਹਿੰਦੇ। ਜਿਵੇਂ ਹੁਣ ਜਪਣ ਵਾਲੇ ਨੇ ਨਾ, ਵੀ ਇੱਕ ਕੌਮ ਰਾਮ ਜਪ ਰਹੀ ਤੇ ਤਾਂ ਰਾਮ ਹੈ ਨਾ, ਜੇ ਉਹ ਕੌਮ ਨਾ ਹੋਵੇ ਫਿਰ ਉਹ ਰਾਮ ਕਿੱਥੇ ਗਿਆ। ਜਿਵੇਂ ਇੱਕ ਕੌਮ ਅੱਲਾ ਕਹਿ ਰਹੀ ਹੈ ਤੇ ਤਾਂ ਅੱਲਾ ਹੈ, ਉਹ ਤਾਂ ਬੋਲਿਆ ਜਾਏਗਾ। ਜਿਵੇਂ ਆਪਾਂ ਵਾਹਿਗੁਰੂ ਕਹਿ ਰਹੇ ਹਾਂ ਤੇ ਉਹ ਸਿੱਖ ਕੌਮ ਕਰਕੇ ਨਾਮ ਹੈ, ਫਿਰ ਕਿੱਥੇ ਹੋਵੇਗਾ। ਪਰ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸਤਨਾਮ, ਉਹ ਕਿਸੇ ਕੌਮ ਨਾਲ ਸੰਬੰਧਿਤ ਨਹੀਂ ਹੈ। ਉਹ ਜਦੋਂ ਇਸ ਧਰਤੀ ਤੇ ਇੱਕ ਵੀ ਜੀਵ ਬੋਲਣ ਵਾਲਾ ਨਹੀਂ ਰਹੇਗਾ ਜਾਂ ਪਹਿਲਾਂ ਕਦੀ ਨਹੀਂ ਰਿਹਾ, ਉਹ ਨਾਮ ਆਪਣੇ ਆਪ ਇੱਥੇ ਸਪੇਸ ਦੇ ਵਿੱਚ, ਬ੍ਰਹਿਮੰਡ ਵਿੱਚ ਮੌਜੂਦ ਸੀ। ਉਹਨੂੰ ਕਹਿੰਦੇ ਸਤਨਾਮ ਤੇਰਾ ਪਰਾ ਪੁਰਬਲਾ। ਨਿਰਨਾਮੇ ਅਕਾਮੇ, ਉਹਦਾ ਇੱਕ ਇਸ ਤਰ੍ਹਾਂ ਦਾ ਜੀਵਨ ਹੈ, ਉਹ ਕਾਮਨਾ ਤੋਂ ਰਹਿਤ, ਉਹਦੇ ਵਿੱਚ ਇੱਛਾ ਕੋਈ ਨਹੀਂ, ਸਦਾ ਤ੍ਰਿਪਤ ਰਹਿੰਦਾ ਹੈ, ਸਦਾ ਸੰਤੋਖੀ ਰਹਿੰਦਾ ਹੈ। ਭੁਜੰਗ ਪ੍ਰਿਆਤ ਛੰਦ, ਇਸ ਛੰਦ ਦੇ ਵਿੱਚ ਹਜ਼ੂਰ ਨੇ ਚੱਕਰ ਦੀ ਵਿਆਖਿਆ ਕੀਤੀ। ਸਾਹਿਬ ਕਹਿੰਦੇ ਚੱਕਰ ਚਤਰ, ਚੱਕਰ ਕਰਤਾ। ਉਹ ਚਤਰ ਦੇ ਅਰਥ ਬੜਾ ਸਿਆਣਾ ਹੈ ਔਰ ਆਪਣੀ ਸਿਆਣਪ ਦੇ ਦੁਆਰਾ ਵਿਸ਼ਵ ਨੂੰ, ਸੰਸਾਰ ਨੂੰ ਇੱਕ ਚੱਕਰ ਵਿੱਚ ਪਰੋ ਕੇ ਰੱਖਦਾ ਹੈ। ਜਿੱਥੋਂ ਕੋਈ ਜੀਵ ਸ਼ੁਰੂ ਹੁੰਦਾ ਉੱਥੇ ਲਿਆ ਕੇ ਉਹਦੀ ਸਮਾਪਤੀ ਕਰ ਦਿੰਦਾ ਹੈ, ਚੱਕਰ ਵਿੱਚ ਪਾ ਕੇ ਰੱਖਦਾ ਹੈ। ਤਾਂ ਇਹ ਜਿਹੜੇ ਚੱਕਰ ਨੇ ਸੰਸਾਰ ਦੇ,
कई तरह के चक्कर ने। और इस बाणी विच बार बार चक्कर शब्द तां वरत्या गया क्योंकि संसार है ही चक्करबाजी, चक्कर विच पैना। ਤਾਂ ਸਤਿਗੁਰੂ ਨੇ ਸਾਰੇ ਚੱਕਰਾਂ ਵਿੱਚੋਂ ਕੱਢ ਕੇ ਇੱਕ ਉਹਦੇ ਨਾਮ ਦੇ ਚੱਕਰ ਵਿੱਚ ਪਾਇਆ, ਜਿਹਨੂੰ ਸਤਿਗੁਰੂ ਨੇ ਕਿਹਾ ਕਿ ਸਤਨਾਮ ਦਾ ਚੱਕਰ ਫਿਰਾਇਆ। ਇੱਕ ਸਤਵਾਂ ਚੱਕਰ ਹੈ। ਮੈਨੂੰ ਕਿਸੇ ਸੱਜਣ ਨੇ ਕਿਹਾ ਸੀ ਵੀ ਤੁਸੀਂ ਚੱਕਰਾਂ ਬਾਰੇ ਜਾਣਦੇ ਹੋ, ਕਿਹੜੇ ਚੱਕਰ? 6 ਚੱਕਰ ਹੁੰਦੇ ਜਿਹੜੇ। ਮੈਂ ਕਿਹਾ ਵੀ ਕੁਝ ਨਾ ਕੁਝ ਮੈਂ ਪੜ੍ਹਿਆ ਹੈ, ਸੁਣਿਆ ਹੈ, ਹੁੰਦੇ ਹੋਣਗੇ ਜਾਂ ਹੈਣ ਵੀ। ਕਹਿੰਦੇ ਫਿਰ ਕਿੰਨੇ ਕੁ ਖੁੱਲ੍ਹੇ ਨੇ? ਮੈਂ ਕਿਹਾ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਚੱਕਰਾਂ ਵਿੱਚੋਂ ਕੱਢ ਲਿਆ, ਤੁਸੀਂ ਪੈ ਰਹੋ, ਤੁਹਾਨੂੰ ਪਾਇਆ ਹੋਵੇਗਾ 6 ਚੱਕਰਾਂ ਵਿੱਚ। ਬੰਦਾ ਤੇ ਇੱਕ ਚੱਕਰ ਵਿੱਚ ਪੈ ਜਾਏ ਨਾ, ਉੱਥੋਂ ਨਿਕਲਣਾ ਮੁਸ਼ਕਲ ਹੋ ਜਾਂਦਾ। ਤੁਸੀਂ 6 ਵਿੱਚ ਪੈ ਗਏ, ਫਸ ਗਏ। ਫਿਰ ਕਹਿੰਦੇ ਇੱਥੇ ਨਹੀਂ ਪੈਣਾ ਚਾਹੀਦਾ। ਮੈਂ ਕਿਹਾ ਇਹਨਾਂ ਵਿੱਚੋਂ ਤੇ ਨਿਕਲਣਾ ਹੈ, ਉਸ ਚੱਕਰ ਵਿੱਚ ਪਵੋ ਜਿਹੜਾ ਇਹਨਾਂ 6 ਦੇ ਉੱਤੇ ਹੈ। ਉਹ ਕਿਹੜਾ ਹੈ? ਉਹ ਹੈ ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਭੁਗਤੇ। ਜਾਂ ਸਤਿਗੁਰੂ ਨੇ ਅਖੀਰ ਤੇ ਕਿਹਾ ਦੁਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗਮ ਵਿਭੂਤੇ। ਉਹਨੂੰ ਕਿਹਾ ਸਤਨਾਮ ਦਾ ਚੱਕਰ ਫਿਰਾਇਆ। ਉਹ ਚੱਕਰ ਹੈ ਉਹਦੇ ਨਾਮ ਦਾ, ਉਹਦੇ ਹੁਕਮ ਦਾ, ਉਹਦੇ ਪ੍ਰੇਮ ਦਾ। ਬੰਦਾ ਪਵੇ ਚੱਕਰ ਵਿੱਚ ਤੇ ਚੱਜ ਦੇ ਵਿੱਚ ਪਵੇ, ਐਵੇਂ ਛੋਟਿਆਂ ਛੋਟਿਆਂ ਵਿੱਚ ਪੈਂਦਾ ਫਿਰੇ ਜਿਹੜੇ ਸਰੀਰ ਵਿੱਚ ਹੀ ਨੇ। ਤਾਂ ਜਿੱਦਣ ਮਿੱਤਰ ਪਿਆਰੇ ਸੰਬੰਧੀ ਇਸ ਸਰੀਰ ਦਾ ਸੰਸਕਾਰ ਕਰਨਗੇ ਤੇ ਉਹਨਾਂ 6 ਦਾ ਵੀ ਨਾਲ ਹੀ ਕਰ ਦੇਣਗੇ। ਉਹ ਵੀ ਵਿਚਾਰੇ ਚਿੱਟੀ ਪੋਟਲੀ ਵਿੱਚ ਵੱਜ ਗਏ। ਤਾਂ ਜਿਹੜੇ ਸਰੀਰ ਦੇ ਚੱਕਰ ਨੇ ਉਹਨਾਂ ਵਿੱਚ ਕਿਉਂ ਪੈਂਦੇ? ਇਹਦੇ ਤੋਂ ਕੋਈ ਉੱਚਾ ਚੱਕਰ ਹੈ ਜਿਹਦੇ ਵਿੱਚ ਗੁਰੂ ਨੇ ਸਿੱਖ ਨੂੰ ਪਾਇਆ ਹੈ। ਜਿਹੜਾ ਚੱਕਰ ਇੱਕੋ ਵਕਤ ਇੱਕ ਪਾਸੇ ਧਰਤੀ ਨਾਲ ਜੁੜਿਆ, ਇੱਕ ਪਾਸੇ ਸੱਚਖੰਡ ਨਾਲ ਜੁੜਿਆ ਹੈ, ਯਾਤਰਾ ਕਰ ਰਿਹਾ ਸ਼ਬਦ, ਜੋ ਦੋਵਾਂ ਪਾਸੇ ਕੁਨੈਕਟ ਹੈ, ਸੰਬੰਧਿਤ ਹੋਇਆ ਪਿਆ ਹੈ, ਜੋ ਲੋਕ ਨਾਲ ਵੀ ਸੰਬੰਧਿਤ ਤੇ ਪਰਲੋਕ ਨਾਲ ਵੀ, ਉਹਦੇ ਵੀ ਨਾਲ ਸੰਬੰਧਿਤ ਕਰ ਦਿੱਤਾ। ਉਹ ਹੈ ਗੁਰੂ ਕਾ ਸ਼ਬਦ, ਕੱਲਾ ਸ਼ਬਦ ਨਹੀਂ, ਗੁਰੂ ਕਾ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ 5 ਪਰਪੱਕ ਕਰਾਉਂਦੇ ਤੇ ਸਿੱਖ ਉਹਦੀ ਕਮਾਈ ਕਰਕੇ ਉਹਦੀ ਅਸਲੀ ਜਿਹੜਾ ਐਂਡ ਸਵਰੂਪ ਹੈ, ਅਖੀਰਲਾ ਹਿੱਸਾ, ਉਹਦੇ ਤੱਕ ਚਲਾ ਜਾਂਦਾ ਹੈ। ਉਹਨੂੰ ਸਤਿਗੁਰਾਂ ਨੇ ਕਿਹਾ ਚਤਰ। ਉਹ ਉੱਚਾ ਚੱਕਰ ਹੈ। ਚਤਰ ਚੱਕਰ ਕਰਤਾ, ਸੰਸਾਰ ਰੂਪੀ ਚੱਕਰ ਨੂੰ ਬਣਾਉਣ ਵਿੱਚ ਉਹ ਬੜਾ ਸਿਆਣਾ ਹੈ। ਫਿਰ ਕਹਿੰਦੇ ਚਤਰ ਚੱਕਰ ਹਰਤਾ। ਫਿਰ ਇਸ ਚੱਕਰਾਂ ਵਿੱਚ ਪਏ ਹੋਏ ਮਨੁੱਖ ਨੂੰ ਹਰਤਾ, ਇਹਦੇ ਵਿੱਚੋਂ ਫਿਰ ਖਤਮ ਵੀ ਕਰ ਲੈਂਦਾ ਹੈ। ਜਿਵੇਂ ਮੈਂ ਕਿਹਾ ਸੀ, ਜਿਸ ਗ੍ਰਹਿ ਨੂੰ ਉਹਨੇ ਤੋੜਨਾ ਹੁੰਦਾ ਹੈ, ਸਪੇਸ ਵਿੱਚ ਗ੍ਰਹਿ ਸਾਰੇ ਗੋਲ ਘੁੰਮਦੇ ਨੇ। ਆਹ ਧਰਤੀ ਵੀ ਗੋਲ ਘੁੰਮ ਰਹੀ, ਤੁਹਾਨੂੰ ਪਤਾ ਹੈ। ਤਾਂ ਉਹ ਇਸ ਚੱਕਰ ਵਿੱਚੋਂ ਉਹਨੂੰ ਥੋੜ੍ਹਾ ਜਿਹਾ ਸਪੀਡ ਨੂੰ ਘਟਾਉਂਦਾ ਵਧਾਉਂਦਾ, ਉਹ ਗ੍ਰਹਿ ਉੱਥੇ ਟੁੱਟ ਜਾਂਦਾ ਹੈ, ਸਮਾਪਤੀ ਹੋ ਜਾਂਦੀ ਹੈ, ਉਹਨੂੰ ਖਤਮ ਕਰ ਦਿੰਦਾ ਹੈ। ਫਿਰ ਕਹਿੰਦੇ ਚਤਰ ਚੱਕਰ ਦਾਨੇ। ਇਹ ਚੱਕਰਾਂ ਵਿੱਚ ਪੈਣ ਦੀ ਜਿਹੜੀ ਸਥਿਤੀ ਹੈ ਸੰਸਾਰ ਦੇ ਚੱਕਰਾਂ ਵਿੱਚ, ਇਹ ਉਹਦੀ ਬੜੀ ਵੱਡੀ ਸਿਆਣਪ ਹੈ। ਦਾਨੇ ਦਾ ਅਰਥ ਸਿਆਣਪ। ਚਤਰ ਚੱਕਰ ਜਾਣੇ। ਔਰ ਇਹਨਾਂ ਚੱਕਰਾਂ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਿਆਂ ਚੱਕਰਾਂ ਵਿੱਚ ਪਏ ਹੋਏ ਲੋਕਾਂ ਦੀ ਸਥਿਤੀ ਨੂੰ ਰੱਬ ਜਾਣਦਾ ਹੈ, ਉਹ ਆਪ ਹੀ ਪਹਿਚਾਨ ਲੈਂਦਾ ਹੈ। ਚਤਰ ਚੱਕਰ ਵਰਤੀ। ਇਹਨਾਂ ਸਾਰਿਆਂ ਚੱਕਰਾਂ ਦੇ ਵਿੱਚ ਉਹ ਆਪ ਹੀ ਵਰਤ ਰਿਹਾ ਹੈ, ਆਪ ਹੀ ਇਹਨਾਂ ਵਿੱਚ ਘੁੰਮ ਰਿਹਾ ਹੈ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀਓ। ਇਹਨਾਂ ਚੱਕਰਾਂ ਵਿੱਚ ਵਰਤ ਰਿਹਾ, ਵਰਤਾਰੇ ਕਰ ਰਿਹਾ, ਖੇਡਾਂ ਖੇਡ ਰਿਹਾ ਹੈ। ਫਿਰ ਕਹਿੰਦੇ ਚਤਰ ਚੱਕਰ ਭਰਤੀ। ਚੌਵਾਂ ਪਾਸਾ ਜਿਹੜਾ ਚੱਕਰ ਚੱਲ ਰਹੇ ਨੇ ਸੰਸਾਰ ਦੇ ਅੰਦਰ, ਉਹ ਬੜਾ ਸਿਆਣਾ ਹੈ। ਤੇ ਇਹਨਾਂ ਵਿੱਚ ਭਰਤੀ ਦਾ ਅਰਥ ਹੈ, ਵੈਸੇ ਭਰਤੀ ਦੇ ਅਰਥ ਨੇ ਪਾਲਣਾ ਕਰਦਾ, ਪਰ ਇੱਥੇ ਭਰਤੀ ਦੇ ਅਰਥ ਇਹ ਵੀ ਹੋ ਸਕਦਾ ਜਿਵੇਂ ਫੌਜ ਦੀ ਭਰਤੀ ਹੁੰਦੀ ਹੈ, ਜਿਵੇਂ ਪੁਰਾਣੇ ਰਿਟਾਇਰਮੈਂਟ ਹੁੰਦੇ, ਅੱਗੋਂ ਨਵੀਂ ਭਰਤੀ। ਤਾਂ ਕਈਆਂ ਨੂੰ ਇਸ ਚੱਕਰ ਵਿੱਚੋਂ ਰਿਟਾਇਰਮੈਂਟ ਦੇ ਦਿੰਦਾ,
ਮੌਤ ਦੇ ਦਿੰਦਾ, ਕਈਆਂ ਨੂੰ ਕੱਢ ਲੈਂਦਾ ਵੀ ਤੁਹਾਡੀ ਨੌਕਰੀ ਪੂਰੀ ਹੋ ਗਈ, ਅੱਗੋਂ ਨਵੀਂ ਭਰਤੀ ਕਰਦਾ, ਨਵਿਆਂ ਨੂੰ ਜਨਮ ਦੇ ਦਿੰਦਾ, ਨਵਿਆਂ ਨੂੰ ਬਣਾਉਂਦਾ ਹੈ। ਫਿਰ ਕਹਿੰਦੇ ਚਤਰ ਚੱਕਰ ਪਾਲੇ, ਫਿਰ ਜਿਨ੍ਹਾਂ ਨੂੰ ਉਹਨੇ ਭਰਤੀ ਕੀਤਾ ਉਹਨਾਂ ਦੀ ਪਾਲਣਾ ਵੀ ਕਰਦਾ ਹੈ, ਉਹਨਾਂ ਨੂੰ ਰਿਜ਼ਕ ਵੀ ਦਿੰਦਾ, ਉਹਨਾਂ ਨੂੰ ਹੋਰ ਵੀ ਕਈ ਪ੍ਰਕਾਰ ਦੇ ਦਾਤਾਂ ਬਖਸ਼ਿਸ਼ ਕਰਦਾ ਹੈ। ਚਤਰ ਚੱਕਰ ਕਾਲੇ, ਉਹ ਕਾਲ ਦਾ ਵੀ ਚੱਕਰ ਹੈ, ਕਾਲ ਮੌਤ, ਉਹਨੂੰ ਵੀ ਚੱਕਰ ਵਿੱਚ ਪਾ ਦਿੰਦਾ ਹੈ। ਮੌਤ ਬੜੀ ਵੱਡਾ ਇੱਕ ਚੱਕਰ ਹੈ। ਇੱਥੇ ਮਾਤ ਲੋਕ ਵਾਲੇ ਜਿੰਨੇ ਆਪਾਂ ਸਰੀਰ ਸਾਰੇ ਇਸ ਚੱਕਰ ਤੋਂ ਭੈ ਪੀਤ, ਮੌਤ ਤੋਂ, ਵੀ ਕਿਤੇ ਇਹ ਨਾ ਆ ਜਾਏ। ਉਸ ਮੌਤ ਦਾ ਵੀ ਇੱਕ ਚੱਕਰ ਹੈ। ਚਤਰ ਚੱਕਰ ਪਾਸੇ, ਪਾਸੇ ਦਾ ਮਤਲਬ ਹੈ ਕੋਲ, ਨੇੜੇ ਹੈ। ਚਤਰ ਚੱਕਰ ਵਾਸੇ, ਸਾਰਿਆਂ ਵਿੱਚ ਇਸ ਚੱਕਰ ਰਾਹੀਂ ਨਿਵਾਸ ਰੱਖਦਾ ਰਹਿੰਦਾ ਹੈ। ਹਜ਼ੂਰ ਕਹਿੰਦੇ ਚਤਰ ਚੱਕਰ ਮਾਨਿਆ, ਸਾਰਿਆਂ ਚੱਕਰਾਂ ਵਿੱਚ ਉਹਨੂੰ ਮੰਨਿਆ ਜਾ ਰਿਹਾ ਹੈ, ਸਾਰੀਆਂ ਦਿਸ਼ਾਵਾਂ ਵਿੱਚ ਲੋਕ ਉਹਨੂੰ ਮੰਨ ਰਹੇ ਨੇ। ਸਾਹਿਬ ਕਹਿੰਦੇ ਚਤਰ ਚੱਕਰ ਦਾਨਿਆ, ਸਾਰਿਆਂ ਚੱਕਰਾਂ ਵਿੱਚ ਉਹਦੀ ਦਾਨਾਈ, ਉਸ ਦੀ ਸਿਆਣਪ ਨੂੰ ਪ੍ਰਵਾਨਿਤ ਕੀਤਾ ਜਾ ਰਿਹਾ ਹੈ। ਉਹ ਇੰਨਾ ਮਹਾਨ ਹੈ, ਇੰਨੀ ਉਹਦੇ ਵਿੱਚ ਮਹਾਨਤਾ ਹੈ। ਵਿਸ਼ਵ ਰੂਪੀ ਚੱਕਰ ਉਹਨੇ ਬਣਾਇਆ, ਇਹ ਉਹਦੀ ਬੜੀ ਵੱਡੀ ਸਿਆਣਪ ਹੈ। ਉਹ ਚੱਕਰ ਕੀ ਹੈ? ਉਹਦਾ ਹੁਕਮ, ਹੁਕਮ ਵਿੱਚ ਸਾਰਿਆਂ ਜੀਵਾਂ ਨੂੰ ਤੋਰਿਆ। ਜਿਨ੍ਹਾਂ ਨੇ ਗੁਰੂ ਕੇ ਦੱਸੀ ਮਰਿਆਦਾ ਦੇ ਚੱਕਰ ਵਿੱਚ ਪੈ ਕੇ, ਹੈ ਚੱਕਰ ਹੀ, ਕਈ ਵਾਰੀ ਕੁਝ ਲੋਕ ਕਹਿੰਦੇ ਨੇ ਵੀ ਤੁਸੀਂ ਕਿੱਧਰ ਅੰਮ੍ਰਿਤ ਛਕ ਲਿਆ, ਚੱਕਰ ਵਿੱਚ ਪੈ ਗਏ, ਚੱਕਰ ਵਿੱਚ ਫਸ ਗਏ। ਇਹ ਕਿਹੜੇ ਚੱਕਰ ਵਿੱਚ ਪੈ ਗਏ? ਤਾਂ ਛੋਟੇ ਚੱਕਰਾਂ ਵਿੱਚੋਂ ਬਚਣ ਵਾਸਤੇ ਵੱਡੇ ਚੱਕਰਾਂ ਵਿੱਚ ਪੈਣਾ ਚੰਗੀ ਗੱਲ ਹੈ, ਨਹੀਂ ਤਾਂ ਛੋਟਿਆਂ ਵਿੱਚ ਪੈ ਰਵਾਂਗੇ। ਹੈ ਗੁਰੂ ਵੀ ਇੱਕ ਬੰਧਨ ਹੀ ਹੈ, ਗੁਰੂ ਰੱਸੀਆਂ ਹੀ ਪਾਉਂਦਾ ਨਾ ਬੰਦੇ ਨੂੰ, ਪਰ ਕਿਸੇ ਨੂੰ ਛੋਟੀਆਂ ਰੱਸੀਆਂ ਵਿੱਚੋਂ ਛੁੱਟਣ ਵਾਸਤੇ ਵੱਡੇ ਬੰਦੇ ਦਾ ਵਫਾਦਾਰ ਹੋਣਾ ਪੈਂਦਾ, ਨਹੀਂ ਤਾਂ ਛੋਟਿਆਂ ਛੋਟਿਆਂ ਦਾ ਵਫਾਦਾਰ ਰਹਿਣਾ ਪਏਗਾ। ਬੰਧ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਪੂਰੇ ਗੁਰੂ ਨੇ ਬੰਧਨ ਪਾ ਲਿਆ, ਮਰਿਆਦਾ ਦੀ ਰੱਸੀ ਵਿੱਚ ਬੰਨ੍ਹਿਆ, ਤਾਂ ਕਿ ਇਸ ਮਰਿਆਦਾ ਦੀ ਰੱਸੀ ਵਿੱਚ ਰਹਿ ਕੇ ਫਿਰ ਜਦੋਂ ਇਹ ਮਰਿਆਦਾ ਨੂੰ ਸਮਝ ਜਾਏਗਾ, ਉਦੋਂ ਇਹਨੂੰ ਚੰਗੀ ਤਰ੍ਹਾਂ ਖੁੱਲ੍ਹੇ ਵਿਚਰਨ ਦੀ ਜਾਚ ਆ ਜਾਏਗੀ। ਇਸ ਕਰਕੇ ਇਸ ਸਾਰੇ ਸੰਤ ਦੇ ਅੰਦਰ ਕਲਗੀਆਂ ਵਾਲੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਬਣਾਏ ਹੋਏ ਇਹਨਾਂ ਚੱਕਰਾਂ ਦੀ ਵਿਆਖਿਆ ਕੀਤੀ ਹੈ। ਆਓ ਹੁਣ 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ ਵਾਹਿਗੁਰੂ।